अस्सलाम वालेकुम। वालेकुम सलाम। घर जा रहा सी, चौंतियां ਦਾ ਸੁੱਟਤਾ। ਮੈਂ ਕਿਹਾ ਚੱਲ ਚਲਾਉਂਦਾ ਜਾ। ਚੰਗਾ ਕੀਤਾ ਜੇ। ਤੁਸੀਂ ਉਦੋਂ ਬੋਲਦੇ ਹੋ ਜਦੋਂ ਤੁਹਾਡੇ ਕੋਲ ਤੁਮਣ ਆ ਰਹੇ ਹੋਣ। ਆਹੋ 28 ਤੋਂ 34 ਲਿਖਿਆ, 5 ਬੰਦੇ ਨੇ ਲਿਆਣਾ। ਉਹਨਾਂ ਨੂੰ ਇੱਧਰ ਹੀ ਹੈ, ਸ਼ਹਿਰ ਵਾਲੀ ਹੈ। ਮੈਂ ਕਿਹਾ ਚੱਲ ਚੁੱਕ ਲਿਆਣਾ। ਨਹੀਂ ਚੰਗਾ, ਜੇ ਸ਼ਹਿਰ ਵਾਲਾ ਆਉਣਾ ਹੁੰਦਾ ਤੇ ਬੰਦਾ ਖਾਲੀ ਕਿਉਂ ਆਵੇ? ਨਹੀਂ ਲੈਣ ਜਾ ਰਿਹਾ ਦੂਸਰੀ ਸਾਈਡ ਤੋਂ। ਯਾਨੀ ਕਿ ਤੁਸੀਂ ਇੰਝ ਹੀ ਸਮਝੋ ਰੀਪਾ ਬਾਂਧ ਤੋਂ ਮੈਂ ਬਾਣਾ ਤੇ ਲਿਆਣਾ ਉਹਨਾਂ ਨੂੰ, ਤੇ ਰੀਪਾ ਬਾਂਧ ਲੈਣ ਜਾ ਰਹੇ। ਅੱਛਾ ਠੀਕ ਹੈ। ਇਲਾਕਾ 8 ਕਿਲੋਮੀਟਰ ਦੂਰ ਹੈ। रेपा बांध तो बान ऑफ हो, रेपा बांध तो बान ऑफ ते 5 किलोमीटर कोई है, 4.5-5। तो मैं 8 किलोमीटर जा रहा। मैं लैन आना शहर वाली, फिर उतो निकल जावांगा। जाना उन्होंने उतरना उत्थे ही है, सीधा मेरी सड़क पे 76 नंबर तो सीधा उत्तों मैं घर भागनी। मेरी विच वक्फा पै गया 41 मिनटां बाद चुकनी है। किन्ने दी है? ओहो करना की सी, कर की छड़िया। 37 दी है, 37 दी अगे ला के आया। तो उस तो बाद 37, फिर 43 दी है, फिर 32 दी है, फिर 57 दी है। ते कल 11 बजे नहीं 57 दी, फिर 55 दी, ते कल सवेरे 4:30 बजे दी चुकी है 54 दी। अच्छा हुणे चुकी, हुणे लाई होनी ना, 24 घंटे पहले लगती ना। हाँ लाई दो। मैं क्या चुक लो, फड़ो फटाफट। सही किया। तो हुण वेखण लगे 20 16 दी कदी ਲਈ नहीं है। वो है बच जाना बंदा जी, बच जाता बंदा, दरम्यान च कुछ नहीं कर सकता। ਉਹ ਫਿਰ ਹੈ ਕਿ ਕੋਈ ਚੰਗੀ ਸਵਾਰੀ ਆਈ ਹੋਵੇ ਨਾ ਲੈਣ ਜਾ ਨਾ ਛੱਡਣ ਜਾ। ਹਾਂ ਕਿਉਂਕਿ ਛੱਡੀ ਤਾਂ ਬੜੀ ਤਕਲੀਫ ਹੁੰਦੀ ਹੈ, ਲਈਏ ਤੇ 1 ਹਫ਼ਤੇ ਦਾ ਫਿਰ ਸਪੇਰੇ। ਹਾਂ ਇਹ ਬੜਾ ਮਸਲਾ। अच्छा आधा घंटा पहले मैं इस इलाके ਵਿੱਚ ਸੀ, ਉਦੋਂ ਮੈਨੂੰ ਟੋਰ ਸੁੱਟਣਾ ਨਾ, ਮੇਰਾ ਵਾਪਸੀ ਦਾ ਬਣ ਜਾਣਾ ਸੀ। और ਜਦੋਂ ਮੈਂ ਕਾਲ ਚੋਂ ਨਿਕਲਿਆ ਨਾ, ਉਦੋਂ ਮੇਰਾ ਔਰਤ ਬੈਠੀ ਸੀ, ਫੋਨ ਆ ਗਿਆ ਸੀ ਮੇਰੇ ਦੋਸਤ ਦਾ। ਸਹੀ। ਉਹ ਮੈਂ ਇੱਧਰ ਹੀ ਛੱਡਣ ਆਇਆ ਸੀ। ਉਦੋਂ ਦੇ ਅੱਧਾ ਘੰਟਾ ਪਹਿਲੇ ਤਾਂ ਮਜ਼ਾ ਆ ਜਾਂਦਾ। ਉਹ ਵੇਖੋ ਨਾ, ਚੁੱਪ ਕਰਕੇ ਬੈਠੇ ਆ ਨਾ, ਉਹਨੂੰ ਕੋਈ ਟੈਨਸ਼ਨ ਟੂਰ ਦੀ। ਫੇਰ ਵੀ ਚੌਂਕੜ ਮਾਰ ਕੇ ਚੁੱਪ ਕਰਕੇ ਬਹਿ ਜਾਂਦਾ। ਸਾਹਮਣੇ ਅੱਡੀ ਸੁਬਾਹ ਹੋਣਾ ਤੇ ਨੀਂਦ ਵੀ ਨਹੀਂ ਪੂਰੀ ਹੋਈ ਹੁੰਦੀ। 4 ਘੰਟੇ ਸੁੱਤਾ ਟੋਟਲ। ਹਾਂ ਤੇ ਮੈਂ ਵੀ 5-5.5 ਘੰਟੇ ਸੁੱਤਾ ਕੱਲ। ਉਹ 5 ਘੰਟੇ ਦਾ ਬੰਦਾ ਤਗੜਾ ਹੋ ਜਾਂਦਾ। ਨਹੀਂ ਸਿਰ ਦਰਦ ਹੁੰਦੀ ਬਾਲ ਦਫਾ, ਨੀਂਦ ਨਾ ਪੂਰੀ। ਹੁਣ ਕਾਫੀ ਲਈਏ, ਸੁੱਟਾਂਗੇ ਅੰਦਰ, ਮੱਤੇ ਅੱਖਾਂ ਖੋਲਣ। ਮੇਰਾ ਖਿਆਲ ਆ ਹਮਦ ਭਾਈ ਨੇ ਜਿਹੜਾ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਟਿਕਟਾਕ ਦਾ। अच्छा किन्ने किया था? नहीं आगे ने अल्लाह रहम करे। मैं सोच रहा था नहीं करना जो चले गए। इन्होंने बुलाओ। हाँ हमारे पट्टी किधर खज्जल खुआर हो रहे हैं।
ਢੀਰ ਅੱਜ ਇਤਵਾਰ ਹੈ ਅੱਜ ਬਾਹਰ ਆਏ ਸੜਕਾਂ ਡੀਆਂ ਸਾਫ ਖੁੱਲੀਆਂ ਲਾਭੇ ਰਹੀਆਂ ਨੇ ਬਗਾਰ ਖਾਲੀ ਸੜਕਾਂ ਖਾਲੀ ਨਵੀਂ ਭਜਾਈ ਹੈ ਲਓ ਜੀ ਕਿਸੇ ਨੂੰ ਲਿਵ ਬੁੱਕ ਤੋਂ ਲੱਗਾ ਟੂਰ ਅੰਬਰਗਰ HLAD 47 ਅੰਜ਼ਾ ਸਟਾਪ ਦ ਲਿਵ ਬੁੱਕ नहीं टैक्सी नहीं है हमारे टोर पो के टैक्सी है दूर पड़ पाया $150 की ला ली है फिर 150 पौने 200 पौने 200 तो बहुत ज्यादा 160 नोटिस स्टेट आ रहे हैं मैं 300 Metern 2 बजे क्या मैं क्या नोटिस स्टेट आ रहे हैं मैं 2 बजे दोपहर नोएडा स्टेट हाँ जी ਕਿਹੜੀ ਜਗ੍ਹਾ ਤੇ नोटिस स्टेट आ रहे हैं मैं मैनू एयरपोर्ट भी तो नोएडा स्टेट ही चाहिए ना हाँ जी एयरपोर्ट तक ला पर नोटिस स्टेट हाँ जा मैंने रहे हैं। हाँ ਕਿਹੜੀ ਜਗ੍ਹਾ ਤੇ ਨੋएडा स्टेट परसों वो मेरी भाभी आई कैनेडा तो ना अच्छा ठीक है फिर ਉਹਨਾਂ ਨੂੰ ਲੈਣ ਆ ਰਿਹਾ ठीक हो गया ਉਹਦੀ ਅਸੀਂ 2 ਭੈਣਾਂ ਰਹਿੰਦੀਆਂ ਨੇ ਨੋਟਿਸ ਸਟੇਟ नहीं मैं क्या खास किसे शायद किधर उधर एक है ना इंडियन दी लागर भी है ना ਹਾਂਜੀ ਨਹੀਂ ਮੈਂ ਆ ਰਿਹਾ ਭਾਬੀ ਨੂੰ ਲੈਣ ਤੇ ਉਹਨਾਂ ਨੇ ਮੈਨੂੰ ਕਿਹਾ ਸੀ 2:15 ਵਜੇ ਚੁੱਕ ਲੈਣੀ ਸਾਨੂੰ ਮੈਂ 1 ਵਜੇ 1:15 ਵਜੇ ਬੇਟੇ ਨੂੰ ਛੱਡਣਾ ਸਿੱਧਾ ਖਿੱਚ ਲੈਣੀ 40-45 ਮਿੰਟ ਮੈਂ ਆਈ ਤੇ ਅਖਰ ਤੁਹਾਡੀ ਇਧਰ ਆਟੋ ਬੰਦ ਨਾ ਦਿਹਾੜੀ ਜਾਣਿਆ ਹੁੰਦਾ ਥੋੜਾ ਬਹੁਤ ਰਸ਼ ਭਾਵੇਂ ਇਤਵਾਰ ਹੀ ਹੋਵੇ ਤੇ ਜੇ ਚੜੇ ਇਧਰੋਂ ਜਿੱਦਾਂ ਪੁੱਲ ਹੈ ਇਸ ਪਾਸੋਂ ਇੱਥੇ ਬੜਾ ਰਸ਼ ਹੁੰਦਾ ਭਾਵੇਂ ਹਫਤਾ ਇਤਵਾਰ ਹੋਵੇ ਛੁੱਟੀ ਵੀ ਹੋਵੇ ਉਸ ਟਾਈਮ ਰਸ਼ ਹੁੰਦਾ ਨਹੀਂ ਮੈਂ ਤੇ 40-45 ਮਿੰਟਾਂ 'ਚ ਪਹੁੰਚ ਜਾਣਾ ਆਰਾਮ ਨਾਲ ਹੀ ਚਲਾ ਆਂਦਿਆਂ ਜਾਂਦਿਆਂ ਦੱਸਿਓ ਮੈਨੂੰ ਆਂਦਿਆਂ ਤੁਸੀਂ ਆ ਜਾਓ ਜਾਂਦਿਆਂ ਦਾ ਹਿਸਾਬ ਕਿਤਾਬ ਦੱਸਿਓ ਮੈਨੂੰ ਸਵਾਲ ਹੀ ਨਹੀਂ ਪੈਦਾ ਹੁੰਦਾ 40-45 ਮਿੰਟਾਂ ਹੀ ਤੁਸੀਂ ਉੱਥੋਂ ਉੱਥੇ ਪਹੁੰਚ ਜਾਓ ਬਹੁਤ ਮੁਸ਼ਕਿਲ ਕਿਉਂਕਿ ਸਟਾਓ ਜਿਹੜਾ ਲੱਗਿਆ ਹੋਣਾ ਨਾ ਇੰਨਾ ਤੇ ਭਾਵੇਂ ਤੁਹਾਡਾ ਉੱਥੇ ਸਟਾਓ ਹੀ ਚਲਾ ਕੇ ਜੇ ਇਹਨੂੰ ਕਰ ਹੀ ਰਹੀ ਹੈ ਨਾ 15-20 ਮਿੰਟਾਂ ਦਾ ਹੋ ਸਮਝ Nein, heißt es Frank? Ja, ich komme. ਇੱਥੇ ਅੱਗੇ ਜੰਗਲ ਦੇ ਵਿੱਚ ਖੜੇ ਨੇ ਇਹਨਾਂ ਨੇ ਇੱਥੇ ਪਾਰਟੀ ਕੀਤੀ ਅੱਜ be
अच्छा भट्ट साहब थल्ले ना शेरू बैठा जे रिकॉर्डिंग ला के बैठे हाँ जी शेरू शेरू पावर ऑटो वाला ना शेरू जे अच्छा जैद कुतू नहीं तो जाहिद जमील अच्छा घगड़ियां दा टाम ग्रूव ਜਿਹੜਾ ਉਹ ਗੱਡੀ ਖੋਲੀ ਹੋਵੇ ਨਾ ਉਹਦੀਆਂ ਸਪੇਅਰ ਪਾਰਟ ਕੱਢੇ ਹੋਣ ਤੇ ਵਿੱਚ ਫਿਰਦਾ ਹੋਵੇ ਕੋਈ ਪਤਾ ਨਹੀਂ ਲੱਗਦਾ ਸਪੇਅਰ ਪਾਰਟ ਕਿਹੜਾ ਤੇ ਕਿਹੜਾ ਡਨੈਸ਼ ਕਲੈਣਾ ਕਾਲਾ ਹੈ ਜ਼ੈ ਜਮੀਲ ਗਾਰੀ ਬਾਸ ਓਏ ਸ਼ਾਤਮ ਸ਼ਾਤਮੀਅਤ ਕਰਵਾਉਂਦਾ ਨਾ
ਹਾਂਜੀ ਬਸ ਹੋ ਗਿਆ ਵੇਲੇ 3170 ਦਾ ਬਣਿਆ 3 ਟ੍ਰਾਇੰਗਲ ਤੇ ਨੇ, ਠੀਕ ਹੈ। ਬਸ ਠੀਕ ਹੈ ਤੇ ਉਹਨਾਂ ਦਾ ਪਲਾਨ ਸੀ ਘਰ ਜਾਣ ਦਾ, ਰਸਤੇ 'ਚ ਬਣ ਗਿਆ ਸੀ ਡਿਸਕੋ ਜਾਣਾ। ਅੱਗੇ ਡਿਸਕੋ ਆਏ ਨੇ ਤੇ ਉਹ ਬੰਦ ਹੋ ਗਿਆ 5 ਵਜੇ। 5 ਵਜੇ 5 ਵਜੇ ਬੰਦ ਹੋ ਜਾਂਦਾ ਨਾ। ਹਾਂ, ਅਗਰ 5 ਵਜੇ ਤੱਕ ਹੋਵੇ ਰਾਤੀ ਸਾਰਾ ਖੁੱਲਿਆ ਹੁੰਦਾ ਹੈ, ਉਹ ਬੜਾ ਹੋਵੇਗਾ ਤੇ 6 ਵਜੇ ਤੱਕ ਖੋਲ ਲਾਣੇ। ਹਾਂ ਤੇ ਕਿਹੜਾ ਐਡਾ ਸਿਆਣਾ ਸੀ ਜਿਹੜਾ ਡਿਸਕੋ ਟੁਰ ਪਿਆ। ਪਾਗਲ ਉਹ ਰਸਤੇ 'ਚ ਨਾ ਪ੍ਰੋਗਰਾਮ ਬਣ ਗਿਆ, ਉੱਥੇ ਚਲੀਏ। ਉਹ ਮੈਨੂੰ ਪਤਾ ਸੀ ਬੰਦ ਹੈ। ਚਲੋ ਮੈਂ ਕਿਹਾ ਮੈਨੂੰ ਉੱਥੋਂ ਅੱਗੋਂ ਫਿਰ ਕੋਈ ਸਵਾਰੀ ਲੱਭ ਜਾਏਗੀ। ਉਹਦੇ ਨਾਲ ਇੱਕ ਹੋਰ ਵੀ ਡਿਸਕੋ ਹੈ, ਮੈਂ ਉੱਥੇ ਜਾ ਰਿਹਾ। ਉਹ ਵੀ 5 ਵਜੇ ਬੰਦੇ ਕੱਢ ਦਿੰਦਾ। ਉਹ ਖੜੇ ਸੀ ਬਾਹਰ ਬੰਦੇ, ਉਹ ਇਸ਼ਾਰੇ ਤੇ ਮਿਲਿਆ ਸੀ ਮੈਨੂੰ ਇੱਕ ਬੰਦਾ, ਉਹਨੇ ਦੱਸਿਆ ਸੀ। ਤੁਹਾਡੇ ਨਾ ਸਾਡੇ ਸੁਬਾਹ ਦੇ ਟਾਈਮ ਇਹਦਾ ਕੋਈ ਨਹੀਂ ਹੁੰਦਾ ਨਾ। ਤੁਹਾਡੇ ਡਿਸਕੋ ਕਨਾਇਪੇ ਬੰਦੇ ਨੂੰ ਪਤਾ ਹੋਵੇ ਨਾ ਕਿਹੜੇ ਕਿਹੜੇ ਬਿਸ਼ੈਫਟੀ ਮਤਲਬ ਕਿ ਹੈ ਨੇ, ਉਹ ਕਮਾਲ ਹੁੰਦਾ। ਉਹਨੂੰ ਰਾਤ ਦੀਆਂ ਪਤਾ ਹੋਵੇ ਨਾ ਕਿ ਕਿਹੜੇ ਕਿਹੜੇ ਸਟੇ ਲੈਸੇ ਨੇ। ਹਾਂਜੀ, ਉਹ ਰਾਤੀ ਚੰਗਾ ਪੈਸੇ ਕਮਾਉਂਦਾ। ਅਸੀਂ ਤੇ ਹੁੰਦੇ ਹੁਣ ਆ ਗਿਆ ਦੂਸਰੇ ਡਿਸਕੋ ਅੱਗੇ। ਇੱਥੇ 3-4 ਹੀ ਗੱਡੀਆਂ ਨੇ, ਇੱਥੇ ਖਲੋ ਕੇ ਗੱਡੀ ਸਾਫ਼ ਕਰਦਾ, ਨਾਲ ਹੀ ਨਿਕਲ ਜਾਵਾਂਗਾ ਘਰ। 2 ਗੱਡੀਆਂ ਨੇ ਬਲਕਿ 3 ਤੇ ਬੰਦੇ ਹੈ ਨੇ ਬਾਹਰ ਨਿਕਲ ਰਹੇ ਨੇ। ਸਾਡੇ ਹੁੰਦੇ ਜਾ ਕੇ ਕਿਸੇ ਹੋਟਲ ਲੈ ਕੇ ਖਲੋ ਗਏ। ਉਹ ਜਨਾਜ਼ਾ ਉਹਦੇ ਜਨਾਜ਼ਾ ਕਿਦਾ ਉਹ ਇੱਕ ਅਜ਼ਰਬਾਈਜਾਨ ਦਾ ਮੁੰਡਾ, ਉਹ ਕਹਿੰਦਾ ਉਹਦੇ ਜਨਾਜ਼ਾ ਨਿਕਸ ਤੋਂ। ਚਲੋ ਜਿਹਦਾ ਵੀ ਹੈ ਮੁਸਲਮਾਨ ਦੇ ਨਹੀਂ ਕੰਮ ਨਾ ਹੋਵੇ, ਕਹਿੰਦਾ ਅੱਜ ਜਨਾਜ਼ਾ ਹੈ। ਕੰਮ ਦਾ ਜਨਾਜ਼ਾ, ਕੰਮ ਦਾ ਜਨਾਜ਼ਾ ਜਿਹੜੀ ਕਿ ਮੈਂ ਤੇ ਹੁਣ ਦੱਸਿਆ ਨਾ ਵਿੱਚ ਮੈਨੂੰ ਅਗਰ ਕੋਈ ਆਰਡਰ ਪੈ ਗਿਆ ਨਾ ਤੇ ਮੇਰੀ ਤੇ 11-12 ਵਜੇ ਤੱਕ 250-300 ਹੋ ਜਾਣੀ। ਹਾਂ ਨਹੀਂ ਮੇਰੇ 378 ਹੋ ਗਏ ਨੇ। ਕਿੰਨੇ ਟੂਰ? ਮੈਂ ਦੱਸਦਾ ਤੁਹਾਨੂੰ, ਇੱਕ ਪੱਕਾ ਸਬਸਕ੍ਰਾਈਬ ਕੀਤੀ ਸੀ ਨਾ 100 ਦੀ 18 ਟੂ 19 ਟੂਰ ਯਾਨੀ ਕਿ ਉਹ ਪਾ ਕੇ ਮੈਂ 19 ਟੂਰ ਕੀਤੇ ਹੋਣ ਤਾਂ ਮੈਂ 600 ਨੂੰ ਹੱਥ ਪਾਵਾਂ। ਪਰ ਸਰ ਤੁਸੀਂ ਅੱਜ ਮੇਰੇ ਟੂਰ ਦੇਖ ਲਓ ਨਾ, ਕਸਮੇ 680 620 7.5 8 ਪਹਿਲੇ ਮੈਂ ਤੁਹਾਨੂੰ ਦੱਸਦਾ ਇਹ 11 ਵਜੇ ਤੱਕ ਕਸਮੇ ਮੇਰੇ ਕੋਲ 78-80 ਸੀ, ਤਕਰੀਬਨ 80 ਤੋਂ ਥੱਲੇ ਸੀ। ਮੇਰੇ 6-7 ਟੂਰਾਂ ਚ ਮੇਰੇ ਤਾਂ ਦੱਸਿਆ ਕਿ 225-230 ਜੇ। ਸਾਰਾ 11 ਤੋਂ ਬਾਅਦ ਮੈਂ ਕੰਮ ਕੀਤਾ ਜੇ। ਮੇਰੇ ਟੂਰ ਤੁਹਾਨੂੰ ਦੱਸਿਆ ਨਾ, ਮੇਰੇ ਛੋਟੇ ਟੂਰ ਨਹੀਂ ਹੁੰਦੇ। ਮੇਰੇ 45-50-60 25 ਜੇ ਆਮਣਗੇ ਮੈਂ 25-27 ਇਹ ਛੋਟੇ ਟੂਰ ਹੁੰਦੇ ਨੇ ਮੇਰੇ। ਤੇ ਮੇਰੀ ਤਾਂ ਇਹ ਦਿਹਾੜੀ ਮੇਰੇ ਟੂਰ ਘੱਟ ਲੱਗਦੇ ਨੇ, ਲੇਕਿਨ ਮੇਰੀ ਉਮਰ ਸੱਚੀ। ਮੈਂ ਤੁਹਾਨੂੰ ਦੱਸ ਰਿਹਾ ਮੇਰੇ 67 ਸੀ ਤੇ ਬਾਅਦ ਚ 14 ਦਾ ਚਲਾਇਆ। 67 ਤੇ 14 ਕਿੰਨੇ ਹੁੰਦੇ ਨੇ? 67 ਤੇ 14 81 81 ਐਰੋ ਕਰਕੇ ਮੈਂ 11 ਵਜੇ 11:30 ਘਰ ਗਿਆ। ਮੈਂ ਕਿਹਾ ਚੱਲ ਮੈਂ ਜਰਾ ਰੋਟੀ ਛੋਟੀ ਖਾਵਾਂ, ਫਰੈਸ਼ ਹੋਵਾਂ, ਮੇਰਾ ਕੰਮ ਨਹੀਂ ਚੱਲ ਰਿਹਾ, ਮੇਰਾ ਦਿਮਾਗ ਵੀ ਨਹੀਂ ਚੱਲ ਰਿਹਾ, ਭੁੱਖ ਵੀ ਲੱਗੀ ਹੈ। ਹੋਸ਼ ਫੜਾ। ਮੈਂ ਫਿਰ ਘਰ ਗਿਆ, ਘਰੋਂ ਆ ਕੇ ਮੈਂ ਫਿਰ ਕੰਮ ਕੀਤਾ ਜੇ ਹਿਸਾਬ ਲਾ ਲਓ 12 ਵਜੇ ਤੋਂ ਬਾਅਦ 12 ਤੋਂ 5 ਤੱਕ। ਤੁਸੀਂ ਆਪਣਾ ਬਿਸਟਿੰਟੇ ਸਾਈਡ ਤੇ ਦੇਣੀ ਹੁੰਦੀ ਹੈ ਗੱਡੀ ਨੂੰ ਦੂਜੇ ਫਾਰੇ? ਨਹੀਂ ਫਿਰ ਤੁਸੀਂ ਐਡੀ ਉਹ ਟਾਈਮ ਦੇਖਿਆ ਕਰੋ ਨਾ ਕਿ ਕਿਹੜੇ ਕੰਮ ਦਾ। ਮੈਂ ਪਹਿਲਾਂ 4 ਵਜੇ ਉੱਠ ਜਾਂਦਾ ਹੁੰਦਾ ਸੀ। 4 ਵਜੇ ਮੈਂ ਗੱਡੀ ਚਾੜ ਲੈਣੀ ਹੈ ਸੜਕ ਤੇ। ਹੁਣ ਅੱਜ ਮੈਂ ਪਤਾ ਨਹੀਂ ਕਿੰਨੇ ਅਰਸੇ ਬਾਅਦ 4 ਵਜੇ ਗੱਡੀ ਚਲਾਈ ਜਾਈ ਜਾਂ ਕੱਲ ਚਲਾਣੀ, ਕਿਉਂਕਿ 57 ਦਾ ਟੂਰ ਹੈ 4 ਵਜੇ ਤੇ ਮੈਂ ਕੱਲ ਚਲਾਣੀ। ਨਹੀਂ ਤਾਂ ਮੈਂ 6 ਵਜੇ ਸ਼ੁਰੂ ਕਰਨਾ। 6 ਵਜੇ ਲੋਕ ਉੱਠਦੇ ਨੇ, ਨਹੀਂ ਤੇ ਉਹੀ ਇੱਕ ਟੂਰ ਹੋਵੇਗਾ ਇੱਕ ਅੱਧਾ 에어ਪੋਰਟ ਦਾ, ਉਸ ਤੋਂ ਬਾਅਦ ਸੁੱਤੇ ਰਹੋ ਤੇ ਫਾਇਦਾ।
ਕਦੀ ਵੀ ਉਹਨੇ ਕਦੀ ਨਹੀਂ ਕਿਹਾ ਕਿੰਨੇ ਵਜੇ ਖੜੀ ਕਰੀ। ਕਹਿੰਦਾ ਜਦੋਂ ਮੁੱਕ ਜਾ ਮੈਨੂੰ ਲਿਖ ਦਿਆ ਕਰੀਏ, ਮੈਂ ਉੱਤੋਂ ਬਾਲਕੋਨੀ 'ਚ ਵੇਖ ਲਿਆ ਕਰਾਂਗਾ। ਇਹ ਬੜੀ ਮੌਜ ਹੈ ਦੂਜੇ ਡਰਾਈਵਰ ਦੀ। ਅੱਜ ਤੇ ਆਉਂਦਾ ਹੀ ਵੈਸੇ ਇਤਵਾਰ ਨੂੰ 8 ਵਜੇ, 8 ਤੋਂ ਬਾਅਦ ਹੀ ਆਉਂਦਾ। ਮੈਂ ਜਿਹੜਾ ਨਾ, ਉਹਨੇ ਵੀ ਮੇਰੇ ਘਰ ਜਿੱਥੇ ਮੈਂ ਖਿਲਾਣੀ ਹੁੰਦੀ ਨਾ, ਉੱਥੇ ਹੀ ਇਹਨੇ ਆ ਕੇ ਖਿਲਾਣੀ ਹੈ। ਲੇਕਿਨ ਉਹਨੂੰ ਮੈਨੂੰ ਪਤਾ ਹੁੰਦਾ ਨੇ 8 ਘੰਟੇ ਤੋਂ ਉੱਤੇ ਕੰਮ ਨਹੀਂ ਕਰਨਾ। ਉਹ 8 ਤੋਂ ਉੱਤੇ ਵੀ ਕਰੇ, 10 ਵੀ ਕਰੇ, ਮੈਨੂੰ 4 ਵਜੇ ਗੱਡੀ ਵਿਹਲੀ ਲੱਭਦੀ ਹੈ। ਵਿਹਲੀ ਵੀ ਲੱਭ ਜਾਂਦੀ ਹੈ, 4 4:30 ਲੱਭ ਜਾਂਦੀ। ਲੇਟ ਤੋਂ ਲੇਟ ਕੋਈ ਲੰਬਾ ਟੂਰ ਆ ਜਾਏ ਤੇ ਫਿਰ 5 ਵਜੇ। ਤੇ ਘਰ ਦੇ ਨਜ਼ਦੀਕ ਹੀ ਕਿਧਰ ਗੱਡੀ ਖੜੀ ਕਰਦੇ? ਨਹੀਂ, ਮੈਂ ਜਿੱਥੇ ਉਹ ਸਾਡਾ ਮਾਲਕ ਰਹਿੰਦਾ ਨਾ, ਉਹਨੇ ਪਾਰਕਿੰਗ ਲਈ ਹੈ ਨਾ, ਉੱਥੇ ਹੀ ਉਹ ਖੜੀ ਕਰਦਾ। ਉੱਥੇ ਹੀ ਉਹ ਉਸੇ ਨਾਲ ਵਾਲੀ ਬਿਲਡਿੰਗ 'ਚ ਉਹ ਰਹਿੰਦਾ, ਮਾਲਕ ਦੇ ਨਾਲ ਦੀ ਬਿਲਡਿੰਗ। ਅੱਛਾ, ਮੈਨੂੰ 7-8 ਕਿਲੋਮੀਟਰ ਹੈ। ਤੁਹਾਨੂੰ ਮਤਲਬ ਕਿ ਸ਼ੈਫ ਜਿੱਥੇ ਗੱਡੀ ਖਿਲਾਉਂਦਾ ਉੱਥੇ ਹੀ ਹੈ, ਜਿੱਥੇ ਉਹਨੇ ਪਾਰਕਿੰਗ ਆਪਣੀ ਕਿਰਾਏ ਤੇ ਲਈ ਹੈ। ਉਸ ਜਗ੍ਹਾ ਤੇ ਨਹੀਂ ਸੀ ਜਿੱਥੇ ਤੁਸੀਂ ਗੱਡੀ ਜਦੋਂ? ਉਹ ਬਿਲਕੁਲ ਜਿੱਥੇ ਤਾਂ ਗੱਡੀ 'ਚ ਯਾਦ। ਠੀਕ ਹੈ। ਉੱਥੋਂ ਫਿਰ ਅੱਗੇ ਜਾ ਕੇ ਤੇਲ ਪਵਾਇਆ ਸੀ ਗੱਡੀ 'ਚ। ਯੈਸ, ਉੱਥੇ ਹੀ ਲਈ ਸੀ। ਉਹਦੀ ਆਪਣੀ ਪਾਰਕਿੰਗ ਉਹਨੇ ਮੀਟਿੰਗ ਤੇ ਕੀਤੀ ਹੋਈ ਹੈ। ਨਹੀਂ ਫਿਰ ਠੀਕ ਹੈ ਕਿ ਤੁਹਾਨੂੰ ਪਾਰਕਿੰਗ ਦਾ ਮਸਲਾ ਕੋਈ ਮਸਲਾ ਨਹੀਂ, ਆਪਣੀ ਉਹਦੀ ਪਾਰਕਿੰਗ ਹੈ। 3 ਲਈਆਂ ਉਹਨਾਂ ਨੇ ਪਾਰਕਿੰਗਾਂ। ਸਿਆਣਾ। ਸਾਡੇ ਸ਼ਹਿਰ ਇੱਥੇ ਹੁਣ ਜਿੱਥੇ ਮੈਂ ਗੱਡੀ ਪਾਰਕ ਕਰਨਾ ਨਾ, ਗਲੋਕ ਹੋਈ ਤੇ ਸਾਹਮਣੇ ਖਾਲੀ ਲੱਭ ਗਈ ਕਿਧਰੇ, ਨਹੀਂ ਤੇ ਬਹੁਤ ਦਫਾ ਮੈਨੂੰ ਨਾ ਚੰਗਾ ਟੁਰਨਾ ਪੈਂਦਾ। ਜੀ ਆ ਵੇਖੋ, ਬਾਹਰ ਤਾਂ ਕਦੇ ਕਿ ਕੱਢ ਰਹੇ ਨੇ ਉਹਨਾਂ ਨੂੰ। 50 ਬੰਦਾ ਖੜਾ ਬਾਹਰ, ਬੱਚੇ ਕੋਈ ਨਾ ਕੋਈ ਤਾਂ ਬਹਿ ਗਈ ਨਾ। ਤੀਜਾ ਨੰਬਰ ਆ ਗਿਆ। ਚਲੋ ਮੈਂ ਵੀ ਗਾਹਕ ਨੂੰ ਫੜ ਲਾ, ਫੜੋ ਮੈਨੂੰ ਸਫਾਈ ਕਰ ਲਓ। ਓਕੇ।
अस्सलामु अलैकुम। वालेकुम सलाम वरहमतुल्लाहि वबरकातुहू। बाबा जी की हाल ने? ठीक ठाक, शुक्र है, अल्हम्दुलिल्लाह। तुसीं सुनाओ, ठीक हो? हाँ जी, अल्लाह का शुक्र है। थोड़ी डीपी बड़ी खतरनाक लगती है। मैं हमेशा कहना कि अपने है कि कोई बाहर दा है। ये खंजीर दी है। काफी दफा ब्रॉड दे वेख के लगता कोई आ गया, फिर थल्ले पानी अपने खंजीर नूं जानदे आ ना? ओदी है। कौन कौन नहीं जानता बच्चे। टिकटॉक ਤੇ ਕੋਈ ਵੀ ਆਂਦਾ ਹੈ ਨਾ ਜਿਹੜਾ ਲਾਈਵ ਬਰੋਡਾਂ ਤੇ ਆਣਾ ਸ਼ੁਰੂ ਹੁੰਦਾ, ਸਭ ਤੋਂ ਪਹਿਲਾਂ ਉਹਦਾ ਤਾਰਫ ਖੰਜ਼ੀਰ ਨਾਲ ਹੀ ਹੁੰਦਾ। ਹਾਂਜੀ, ਪਤਾ ਨਹੀਂ ਉਹਨੂੰ ਟਿਕਟੌਕ ਨੇ ਪੈਸੇ ਦਿੱਤੇ ਹੋਏ ਨੇ ਕਿ ਜਿਹੜਾ ਨਵਾਂ ਬੰਦਾ ਆਵੇ ਮੈਨੂੰ ਉਹਦੀ ਫਾਲੋਅਰ ਚ ਲਾਜ਼ਮੀ ਪਾਣਾ ਜੀ। ਉਹ ਫਾਈਟਰ ਈਦ ਬੜੀ ਦੂਰ ਹੈ ਭਾਈ, ਇੰਨੀ ਲੇਟ ਫਿਲਮ ਰਿਲੀਜ਼ ਨਾ ਕਰ। ਵਜ੍ਹਾ ਤਾਂ ਇਹਦੀ ਜ਼ਿਆਦਤੀ ਹੈ ਕਿ ਈਦ ਤੇ ਫਿਲਮ ਰਿਲੀਜ਼ ਕਰ ਰਿਹਾ। ਹਜੇ ਤਾਂ ਹੁਣ ਰਮਜ਼ਾਨ ਮੁਹਰਮ ਗਿਆ, ਬਹੁਤ ਟਾਈਮ ਵੇਟ ਕਰਨਾ ਪੈਣਾ ਫਾਈਟਰ। मिस्टर शेर वाली आईडी किदी है? कोई ना कोई होना अपना ही। नहीं है तो अपना ही है। अल्लाह का तो बंदा होना नेक।
ਕੰਮ ਕੋਈ ਵੀ ਕਰੇ ਨਾ ਮੇਰਾ ਹੀ ਲੱਗਦਾ। ਕੰਮ ਕਰਦਾ ਪਤਾ ਲੱਗਦਾ। ਮਸਲਾ ਹੈ ਨਾ ਕਿ ਉਧਰ ਵੀ ਉਹੀ ਕਿਹਾ ਜਾਂਦਾ ਨਾ WhatsApp ਐਂਡ ਗਰੁੱਪ, ਵੈਸੇ ਕੰਮ ਕੋਈ ਵੀ ਪਾਵੇ ਨਾਮ ਤੁਹਾਡਾ ਹੀ ਲੱਗਣਾ। ਸਾਰੀ ਮਿਹਨਤ ਮੇਰੀ ਹੁੰਦੀ ਤੇ ਕ੍ਰੈਡਿਟ WhatsApp ਲਾਈ ਹੁੰਦੇ ਨੇ, ਕੈਸੀ ਗੱਲ ਹੈ। ਉਹ ਚੱਲ ਤੂੰ ਵੀ ਬਾਟੀ ਹੈ। ਤੂੰ ਸਮਝਿਆ ਕਿ ਤੈਨੂੰ ਹੀ ਦਿੱਤਾ ਹੈ। ਕਰਨਾ ਪਿਆ WhatsApp। ਨਹੀਂ ਕਹਿੰਦੇ ਮੈਰੀ ਕੰਮ ਕਰਦਾ ਪਤਾ ਲੱਗਦਾ। ਲੇਕਿਨ ਫੈਟਰ ਤੂੰ ਇਹ ਬਹੁਤ ਜ਼ੁਲਮ ਕੀਤਾ ਜਿਹੜਾ ਫਿਲਮ ਐਨੀ ਲੇਟ ਰਿਲੀਜ਼ ਕਰਨੀ। ਕੌਣ ਹੁਣ 8-9 ਮਹੀਨੇ ਵੇਟ ਕਰੇ ਫਿਲਮ ਨਹੀਂ, ਆਉਣ ਦਾ। ਅਗਰ ਤੇ ਡਿਮਾਂਡ ਹੋਏ ਤਾਂ ਫਿਰ ਛੇਤੀ ਵੀ ਲੱਗ ਸਕਦੀ ਹੈ। ਤੇ ਡਿਮਾਂਡ ਨਹੀਂ ਨਾ ਹੈਗੀ, ਡਿਮਾਂਡ ਥੋੜੀ ਹੈ। ਇਹ ਵੇਖ ਲੈ ਕੋਈ ਜੇ ਉੱਤੇ ਨਸਾਰਾ ਦਾ ਕੋਈ ਵੱਡਾ ਇਵੈਂਟ ਆ ਰਿਹਾ ਹੋਵੇ ਉੱਤੇ ਰਿਲੀਜ਼ ਕਰ ਦੋ। ਜੀ ਮਿਸਟਰ ਸ਼ੇਰ, ਤੇਰੀਆਂ ਨਿੱਕੀਆਂ ਨਿੱਕੀਆਂ ਜਿੱਦਾਂ ਉਹ ਕਹਿੰਦਾ ਤੇਲੀ ਦੀ ਬੀਵੀ ਵੇਖ ਨਹੀਂ ਈਦ ਹੈ ਮੇਰੀ। आज हामिद भाई पता नहीं किधर गैब ने थोड़ी देर नजर आए सी लेकिन फिर गैब हो गए। फिल्म नहीं आ रही शाहजी शेख साहब, फिल्म नहीं अगे रक्स रक्स होना ਉਹਦੇ ਲਈ ਇਦਾਂ ਵੇਟ ਕਰਨ ਦੀ ਕੀ ਲੋੜ ਹੈ। ਅੱਗੇ 12 ਰਬੀ ਅਵਲ ਜੇ ਉਹ ਉੱਤੇ ਵੀ ਤਾਂ ਹੁਣੇ ਕੰਮ ਸ਼ੁਰੂ ਹੋ ਗਿਆ। ਛੋਟੇ ਛੋਟੇ ਫੰਕਸ਼ਨ ਤੇ ਹੋਣਗੇ ਵਿੱਚ, ਲੇਕਿਨ ਵੱਡਾ ਜਿਹੜਾ ਕਹਿੰਦੇ ਨੇ ਗ੍ਰੈਂਡ ਫਿਨਾਲੇ ਉਹ ਈਦ ਵਾਲੇ ਦਿਨ। ਇਹ ਕੌਣ ਹੈ? ਮੁਬਾਰਕ ਸਾਹਿਬ। ਹਾਂਜੀ, अस्सलाम वालेकुम जी। अस्सलाम वालेकुम। अस्सलाम वालेकुम। बड़ा शोर पाया। लो जी, आ गया जी थल्ले खैर जाहिद जमील। आ भाई जाहिद जमील लीला फोटो ते जाके हुण मलक नूं उंगल दे हो जाएगा ते ठीक है। ते गालां ਇਹ ਵੀ ਆਪਣੇ ਮਜ਼ੇ ਲੈਂਦੇ ਨੇ, ਇਹ ਵੀ ਆਪਣੇ ਚਸਕੇ ਮਜ਼ੇ ਲੈਂਦੇ ਨੇ, ਚਸਕੇ ਲੈਂਦੇ ਨੇ। ਉਹ ਜਿਹੜੀ ਉਹ ਆਮਰ ਨਜ਼ਰ ਦੀ ਝੁਰੀਆਂ ਵਾਲੀ ਮਾਈ ਆ ਨਾ, ਜਿਹੜੀ ਝੁਰੀਆਂ ਵਾਲੀ ਮਾਈ, ਉਹਨੂੰ ਕਲਫ ਲਾ ਕੇ ਜਦੋਂ ਸਿੱਧਿਆਂ ਕੀਤਾ ਨਾ ਤੇ ਆਮਰ ਨਜ਼ਰ ਦੀਆਂ ਚੀਕਾਂ ਨਿਕਲ ਜਾਣੀਆਂ ਨੇ। ਉਹ ਕੱਲ ਡੈਂਟਿੰਗ ਪੇਂਟਿੰਗ ਦਾ ਠੇਕਾ ਦਿੱਤਾ ਤਾਂ ਸੀ, ਹਜੇ ਬਣ ਕੇ ਆਈ ਉਹ ਵੀ ਉਹ ਨਹੀਂ ਉਹ ਗਰਮ ਜਦੋਂ ਹਥਿਆਰ ਜਾਇਆ ਕਰਨੇ ਤਾਂ ਠੀਕ ਹੋ ਜਾਏਗੀ। ਉਹ ਝੁਰੀਆਂ ਇੱਕਦਮ ਵਾਹ ਭਰਨੀ ਹੈ ਨਾ, ਝੁਰੀਆਂ ਦੇ ਵੀ ਖਤਮ ਕਰਨ ਵਾਸਤੇ। ਜਿਹੜੀ 95 ਸਾਲਾ ਮਾਡਲ ਗੱਡੀ ਹੈ ਨਾ, ਉਹਦੀਆਂ ਝੁਰੀਆਂ ਖਤਮ ਕਰਨੀਆਂ ਨੇ। ਤੇ ਡਰਾਈਵਰ ਕੌਣ ਹੈ? ਡਰਾਈਵਰ ਜਿਹੜਾ ਮਰਜ਼ੀ ਚੜ ਜਾਵੇ, ਡਰਾਈਵਰ ਹੋਣਾ ਚਾਹੀਦਾ। ਆਖਰ 95 ਮਾਡਲ ਗੱਡੀ, 95 ਸਾਲਾ ਮਾਡਲ ਦੀ ਗੱਡੀ ਹੈ, ਤੇ ਫਿਰ ਥੋੜਾ ਜਿਹਾ ਤੇਲ ਇੰਜਨ ਹੋ ਸਕਦਾ, ਤੇਲ ਬਹੁਤਾ ਪੈ ਜਾਏ ਤੇ ਓਵਰ ਹੀਟ ਹੀ ਨਾ ਹੋ ਜਾਵੇ।
ਨਹੀਂ ਉਹ ਕੱਲ ਅਠਵਾਲ ਸਾਹਿਬ ਫਿਰ ਆਪਣਾ ਹਬੀਬ ਭਾਈ ਵੀ ਤਿਆਰ ਹੋ ਗਏ ਸੀ ਕਿ ਮੈਂ ਵੀ ਉਹਨੇ ਸਾਰੇ ਚਲਾਉਣਗੇ ਵਾਰੀ ਸਾਰੇ ਵਾਰੀ ਲਾਣਗੇ ਗੱਡੀ ਦਾ ਨਾ ਸਵਾਦ ਲੈਣਗੇ ਬਸ ਬਹੁਤੀ ਰੇਸ ਨਹੀਂ ਦੇਣੀ ਗੱਡੀ ਕਿਉਂਕਿ ਮਾੜੀ ਹੈ 95 ਸਾਲਾ ਗੱਡੀ ਹੈ ਕਿਉਂਕਿ ਬਹੁਤੀ ਰੇਸ ਦਵੋਗੇ ਤਾਂ ਹੋ ਸਕਦਾ ਕਿ ਫੱਟਰ ਹੋ ਜਾਵੇ ਚੱਲਣ ਦੇ ਕਾਬਲ ਹੀ ਨਾ ਰਵੇ ਹਾਂ ਜ਼ਾਇਦ ਜਮੀਲ ਉਹ ਜ਼ਾਇਦ ਮੈਂ ਜਮੀਲ ਤਾਂ ਡਰਾਈਵਰ ਤੇ ਹਾਂਜੀ ਮੈਂ ਕਿਹਾ ਇਹ ਤਾਂ ਡਰਾਈਵਰ ਤੇ ਹੈ ਨਾ ਕਿ ਉਹ ਹੁਣ ਕਿਵੇਂ ਚਲਾਉਂਦਾ ਹੈ ਤੁਸੀਂ ਡਰਾਈਵਰ ਨੂੰ ਵਾਰਨਿੰਗ ਦੇ ਸਕਦੇ ਹੋ ਕਿ ਭਾਈ ਗੱਡੀ ਦਾ ਇੰਜਨ ਕਿਸੇ ਟਾਈਮ ਵੀ ਬਹਿ ਸਕਦਾ ਸਲੋ ਚਲਾਈ ਹੁਣ ਡਰਾਈਵਰ ਦੀ ਮਰਜ਼ੀ ਹੈ ਨਾ ਅੱਗੇ ਕਿ ਉਹ ਕਿੰਨਾ ਕੁ ਉਹਦਾ ਆਪਣੇ ਪੈਰ ਤੇ ਕੰਟਰੋਲ ਹੈ ਨਹੀਂ ਜਿੱਦਾਂ ਵੇਖੋ ਜੀ ਦੋ ਗੱਡੀਆਂ ਨੇ ਇੱਕ 95 ਮਾਡਲ ਹੈ ਤੇ ਇੱਕ 2000 ਮਾਡਲ ਹੋਣੀ ਆ 98 ਮਾਡਲ ਹੋਣੀ ਠੀਕ ਹੈ ਨਾ ਵੈਸੇ ਤੱਕ ਵੱਡੇ ਕਹਿੰਦੇ ਨੇ ਗੱਡੀ ਹਮੇਸ਼ਾ ਡਰਾਈਵਿੰਗ ਪੁਰਾਣੀ ਗੱਡੀ ਤੇ ਸਿੱਖੋ ਨਵੀਂ ਚਲਾਉਣ ਚ ਮਜ਼ਾ ਆਉਂਦਾ ਇਹ ਹੈ ਵੈਸੇ ਹਾਂ ਕਿਉਂਕਿ ਐਵੇਂ ਕਿਤੇ ਗੱਡੀ ਕੋਈ ਸੱਜੇ ਖੱਬੇ ਮਾਰ ਦੇਗਾ ਤੇ ਫੱਟਰ ਹੋ ਜਾਏਗੀ ਗੱਡੀ ਪੁਰਾਣੀ ਦਾ ਹੈਗਾ ਫੱਟਰ ਜਿਹੜੀ ਫੱਟਰ ਪਹਿਲਾਂ ਹੀ ਹੋਈ ਹੈ ਤੇ ਉਹਨੇ ਹੋਰ ਕੀ ਫੱਟਰ ਹੋਣਾ ਹੈ ਜ਼ਾਇਦ ਜ਼ਮੀਨ ਹੈ ਤਾਂ ਵੈਸੇ ਪਾਵਰ ਆਟੋ ਹੈਗਾ ਤੇ ਅਮਨ ਦੀ ਜਿਹੜੀ ਪੁਰਾਣੀ 95 ਸਾਲਾ ਗੱਡੀ ਹੈ ਉਹ ਵੀ ਕੋਈ ਵਾਰੀ ਲਾ ਲਾ ਕੇ ਸੈਟ ਕਰਦੇ ਵੇਖ ਲਾ ਕਿਤੇ ਰੇਸ ਰੂਸ ਬਹੁਤੀ ਹੋਈ ਤੇ ਧੂਆਂ ਤਾਂ ਨਹੀਂ ਮਾਰੇਗੀ ਕੀ ਪਤਾ ਨਹੀਂ ਟੈਸਟ ਡਰਾਈਵ ਲਈ ਹੋਵੇ ਕਿਉਂਕਿ ਉਹਨੂੰ ਵੀ ਬੰਦੇ ਚਾਹੀਦੇ ਹੁੰਦੇ ਨੇ ਨਾਲ ਰੱਖਣ ਵਾਸਤੇ ਉਹਨੂੰ ਕੁਛ ਨਾ ਕੁਛ ਤਾਂ ਖਵਾਉਣਾ ਪੈਣਾ ਨਾ ਨਹੀਂ ਤਾਂ ਉਹਦੇ ਨਾਲ ਕਹਿਣੇ ਬਹਿਣਾ ਇੰਨੀ ਦੇਰ ਜ਼ਾਹਿਦ ਜਮੇਲ ਵੈਸੇ ਤੇ ਇਹਦੇ ਕੋਲ ਵੀ ਲੇਟੈਸਟ ਕਾਰ ਹੈਗੀ ਇੱਕ ਛੋਟੀ ਜੀ ਕਾਰ ਹੈਗੀ ਹੈ ਨਾ ਜ਼ਾਹਿਦ ਉਹ ਜ਼ਾਹਿਦ ਵੈਸੇ ਉਹ ਗੱਡੀ ਦੀ ਤਸਵੀਰ ਵੀ ਹੈ ਮੇਰੇ ਕੋਲ ਜ਼ਾਹਿਦ ਜਮੇਲ ਕਮਾਲ ਦੀ ਗੱਡੀ ਵੈਸੇ ਉਹ ਵੀ ਛੋਟੀ ਹਰ ਗੱਡੀ ਦੀ ਪ੍ਰਮੋਸ਼ਨ ਫੌਰਨ ਨਾਲ ਸ਼ੁਰੂ ਕਰ ਦੋ ਕੁਛ ਨਹੀਂ ਵੈਸੇ ਦੋ ਸੀਟਰ ਗੱਡੀ ਹੈ ਅੱਛਾ ਜਿਹੜੀ ਸਮਾਰਟ ਕਾਰ ਆਈ ਸੀ ਮਰਸੀਡੀਜ਼ ਦੀ ਹਾਂ ਛੋਟੀ ਨੋਨੋ ਕਾਰ ਨਹੀਂ ਨਾਨੋ ਕਾਰ ਉਹੀ ਸਮਾਰਟ ਕਾਰ ਕਹਿੰਦੇ ਸੀ ਛੋਟੀ ਜੀ ਕਾਰ ਹੈਗੀ ਹੈ ਬੜੀ ਸੋਹਣੀ ਕਾਰ ਹੈ ਵੈਸੇ ਜ਼ਾਹਿਦ ਜਮੀਲ ਦੇ ਕੋਲ ਜਿਹੜੀ ਛੋਟੀ ਜੀ ਕਾਰ ਹੈ ਨਾ ਬਹੁਤ ਸੋਹਣੀ ਕਾਰ ਹੈ ਜ਼ਾਹਿਦ ਜਮੀਲ ਕਰ ਰਿਕਾर्डिंग शाबाश तस्वीर जरूर लवी यार अब क्या कमाल दी तस्वीर हैगी है मलिक साहब खलोते ने मोढे ते परना लैके हाथ च बीड़ी रखी चीची वाली साइड ते अमर दी अम्मा दा रेट लगन दिया गड्डी दा अच्छा वैसे 95 मॉडल ਜਿਹੜੀ ਗੱਡੀ ਹੋਏਗੀ ਆਪਣਾ शेख साहब अगर उन्हें एकदम रेस देवांगे तो क्या वो इंजन खोल तो नहीं जाएगा ਉਹਦਾ ਡੀਜ਼ਲ ਹੋਇਆ ਤੇ ਖੁੱਲ ਜਾਏਗਾ ਪੈਟਰੋਲ ਵਾਲੀ ਤੇ ਡਾਊਟ ਹੈ ਜੇ ਉਹ ਸ਼ਾਇਦ ਨਿਕਲ ਜਾਵੇ ਧੂਆਂ ਤਾਂ ਨਹੀਂ ਮਾਰੇਗੀ ਯਾਨੀ ਕਿ ਪੱਦ ਯਾਨੀ ਕਿ ਜੋ ਹੁੰਦਾ ਨਾ ਫਸ ਕੇ ਚੱਲਦੀ ਜਿਹੜੀ ਆੜਾ ਨਹੀਂ ਮੇਰਾ ਨਹੀਂ ਖਿਆਲ ਕਿ ਡੀਜ਼ਲ ਵਾਲੀ ਦਾ ਕੋਈ ਨਹੀਂ ਕਿਹਾ ਜਾ ਸਕਦਾ ਕਿ ਉਹ ਕੁਛ ਵੀ ਹੋ ਸਕਦਾ ਅਗਰ ਉਹਦਾ ਤੇਲ ਬਦਲੀ ਕੀਤਾ ਜਾਵੇ ਤਾਂ ਫਿਰ ਸ਼ਾਇਦ ਥੋੜੀ ਜਿਹੀ ਚੱਲ ਪਵੇ ਕੁਝ ਘੰਟੇ ਵਾਸਤੇ
ਚਲੋ ਬਸ ਸਾਹਿਬ ਸਹੀ ਹੋ ਗਿਆ, 2 ਲੱਗ ਗਏ, 8 ਦਾ ਲੱਗਾ 10 ਦੇ ਗਿਆ, 11 ਦਾ ਲੱਗਾ 12 ਦੇ ਗਿਆ। ਮੈਂ ਤੇ ਪਾਤੀ ਜੇ ਘਰ ਨੂੰ ਬਸ 4 ਹੋ ਗਿਆ ਪੂਰਾ। ਤੁਸੀਂ ਹੁਣ ਮੌਜਾਂ ਕਰੋ ਬਸ, ਆਪਾਂ 6 ਵਜੇ ਘਰ। लो जी मौलवी की एक वीडियो आई है, सुनो जरा मौलवी की कहन डे, सुनो जरा। लिखा है सिर्फ आपने 1 मरतबा पढ़ना है और 1 मरतबा ही शेयर करना है। खुदा की कसम आपका एक शेयर का बटन दबाने से जितने लोग इससे आगे बढ़ेंगे उसका स्वाब आपको घर बैठे सिर्फ एक बटन दबाने से मिलेगा। आपने शेयर भी लाजमी करना है और कमेंट में वो दिलशील पूरशुल सारे भेजने हैं कलमे के लिए, मुझे नहीं। लो जी डांस माल मस्ती की नई दास्तान लिखना सी कहानी दी जगह ना। अच्छा वो सिगरेट फ्राई ਉਹਦੇ ਹੱਥ 'ਚ ਮੈਨੂੰ ਲੱਗਾ ਕਿ ਕਹਿ ਰਿਹਾ ਕਿ ਮਾਲ ਬੜਾ ਮਸਤ ਹੈ। ओए होए। अच्छा भाई अभी तक थल्ले बैठा है। भट्ट साहब ਦੇ ਛੱਟੇ ਦਾ ਵੇਟ ਕਰ ਰਿਹਾ ਕਿ ਭੱਟ ਸਾਹਿਬ ਛੱਟਾ ਲਾਣਗੇ ਤੇ ਮੈਂ व्हाट्सएप ਜਾਵਾਂ। छट्टा लाऊंगा जो फिर जाऊंगा।
हाँ जी, अस्सलाम वालेकुम। वालेकुम अस्सलाम। हाँ जी भाई साहब। और पान काटा तो वेला हो गया? हाँ जी मैं वेला हो गया। मैं क्या थल्ले बैठा इंतजार च तुहाडे कोलों चित्तर खाना चाहता। कौन है? जाहिद जमील। ਉਹ ਲਾਹ ਨੂੰ ਛੱਡ। ਛਿੱਤਰ ਵੀ ਕਹਿੰਦਾ ਕਿਤੇ ਸਿਰ 'ਚ ਪੈਣ ਲੱਗਿਆ। ਉਹ ਤੇ ਢੀਠ ਬੰਦੇ, ਉਹਨੂੰ ਤਾਂ ਲੱਥੀ ਚੜੀ ਜਾਣੀ ਆ। ਜਿਹੜੇ ਨੇ ਸਾਇਦ ਜਮੀਲ ਵਗੈਰਾ ਲੋਕ, ਇਸ ਤਰ੍ਹਾਂ ਦੇ ਲੋਕ, ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਬੰਦੇ 'ਚ ਗੈਰਤ ਹੁੰਦੀ ਹੈ, ਇਹਨਾਂ 'ਚ ਉਹ ਚੀਜ਼ ਨਹੀਂ ਹੈ। ਹੁਣ ਮਿਸਾਲ ਤੌਰ ਤੇ ਇੱਕ ਦੂਜੇ ਦੀ ਮਾਂ ਭੈਣ ਕਰਕੇ ਤੇ ਦੂਜੇ ਤੁਹਾਡੇ ਫਿਰ ਭਰਾ ਬੜ ਕੇ ਬੈਠੇ ਹੁੰਦੇ ਨੇ। ਇਹਦੀਆਂ ਮਿਸਾਲਾਂ ਢੇਰ ਬੜੀਆਂ ਨੇ। ਉਹ ਕਦੀ ਉਹ ਸੈਲਵਰ ਰਾਏ ਚ ਹੁੰਦਾ ਸੀ, ਅਮਰ ਜੀ ਨੂੰ ਕਹਿੰਦਾ ਸੀ 4 ਲੱਤਾਂ ਦਾ ਥੜੀਆ ਬਦਮਾਸ਼, ਤੇਰੇ ਇਸਲਾਮ ਨੂੰ ਮੈਂ ਨਹੀਂ ਮੰਨਦਾ। ਠੀਕ ਹੈ, ਬਾਅਦ ਵਿੱਚ ਉਹਦੀਆਂ ਤਾਰੀਫਾਂ ਕਰਨ ਲੱਗੇ। ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਮਾਂ ਭੈਣ ਦੀਆਂ, ਤੇ ਬਾਅਦ ਚ ਉਹ ਨਹੀਂ ਤੂੰ ਮੇਰਾ ਭਰਾ ਨਾ, ਫਿਰ ਇਕੱਠੇ ਬੈਠੇ ਹੁੰਦੇ ਨੇ। ਦੂਜੇ ਦਿਹਾੜੇ ਫਿਰ ਗਾਲਾਂ ਕੱਢਣ ਡੇ ਹੁੰਦੇ ਨੇ। ਇਹਨੇ ਬੇਸ਼ਰਮ ਔਰ ਬਗੈਰਤ ਲੋਕ। ਨਾਨੂੰ ਆਜ਼ਾਦ ਜਮੀਲਾ ਨੂੰ ਤੁਸੀਂ ਕੁੱਤੇ ਔਰ ਜ਼ਲੀਲ ਕਰੋ। ਇਹਨੇ ਜਿੰਨਾ ਚਿਰ ਆਪਣੇ ਨੂੰ ਨਾ ਕੋਸ਼ਿਸ਼ ਕਰਦਾ ਕਿ ਕੋਈ ਐਸੀ ਬੰਦਾ ਗੁੱਸੇ 'ਚ ਕੋਈ ਗੱਲ ਕਰੇ ਕਿ ਜਨਾਬ ਆਪਣੇ ਚੈਨਲ ਤੇ ਚੜਾਏ। ਇਹ ਪੂਰੀ ਕੋਸ਼ਿਸ਼ ਕਰਦੇ ਨੇ। ਇਹੀ ਕੋਸ਼ਿਸ਼ ਜਾ ਕੇ ਇੱਕ ਵਾਰੀ ਉਹਨਾਂ ਨਾਲ ਸਾਹਮਣੇ ਕਰਨ ਨਾ ਸਾਈਆਂ ਦੇ, ਉੱਥੇ ਇਹਨਾਂ ਦੀ ਪਿਓ ਮਰੇ ਹੁੰਦੇ ਨੇ। ਇੱਕ ਸ਼ਾਤਮ ਨੇ ਸਾਰੇ। ਕਿਉਂ ਸ਼ੇਖ ਸਾਹਿਬ? ਲੋ ਪੇਜ ਬੇਹੋਸ਼ ਹੋਏ ਜੀ।
ਉਹ ਤੂੰ ਕਿਹੜੀ ਇੱਥੇ ਛਿੜਕਾਓ ਕਰਨਾ ਹੈ, ਸਪਰੇ ਕਰਨਾ ਹੈ, ਆਉਂਦਿਆਂ ਬੰਦੇ ਸੌਂ ਜਾਂਦੇ ਨੇ। ਬੈਠਾ ਦੇ ਰਹੀ ਥੀ ਬੰਦਾ ਤਸੀ ਤੇ ਤੇਰੀ ਜਾਨ ਨਹੀਂ ਛੱਡਣੀ। ਉਸ ਦਿਨ ਆਇਆ ਸੀ ਨਾਦਰ ਭਾਈ ਕੋਲ ਨਾ, ਕਹਿੰਦਾ ਮੇਰਾ YouTube ਦਾ ਚੈਨਲ ਚੈੱਕ ਕਰੋ, ਕਾਦੀਆਂ ਦੀਆਂ ਕਿੰਨੀਆਂ ਗਾਲਾਂ ਕੱਢੀਆਂ ਨੇ। ਤੇ ਨਾਦਰ ਭਾਈ ਨੇ ਕਿਹਾ ਕਿ ਪਹਿਲੇ ਉਹ ਖਾਦੂ ਲੰਗੜੀਆਂ ਦੱਸ ਉਹਨੇ ਕਿੰਨੀਆਂ ਕੱਢੀਆਂ ਨੇ। ਦੂਸਰਾ ਗੱਲ ਆ ਵੈ ਇਹ ਸਾਡੇ ਤੇ ਆ ਕੇ ਲੱਗੇ ਹੁੰਦੇ ਨੇ ਅਟੈਕ ਕਰਨ, ਤੇ ਜਿਹੜਾ ਸ਼ਬਦ ਸ਼ੀਰੀ ਕਲਾਮ ਬੋਲਦਾ ਹੈ, ਜੇ ਇਹ ਪਿਓ ਦਾ ਤੁਖਮ ਹੈ ਤੇ ਚੜੇ ਉਹਨਾਂ ਦੇ ਤੇ ਉਹੀ ਇਲਜ਼ਾਮ ਲਾਏ। ਅੱਛਾ ਜਿਹੜਾ ਮਲਕ ਭਾਈ ਲੋਗ ਹੈ ਇਹ ਤਾਂ ਨਾਂ ਸੀ ਲੈਣੇ, ਜਿੰਨੇ ਖਤਮੇ ਨਬੂਵਤ ਦੇ ਮੁਜਾਹਿਦ ਨੇ, ਜਿੰਨੇ ਵੀ ਨੇ, ਸਭ ਗਾਲੀ ਬਾਜ਼ ਤੇ ਸ਼ਾਤਮ ਨੇ, ਸਭ ਗਾਲੀ ਬਾਜ਼ ਤੇ ਸ਼ਾਤਮ ਨੇ। ਦੂਸਰਾ ਸਾਡੇ ਚ ਕਿਸੇ ਨੇ ਕਿਹਾ ਕਿ ਅਸੀਂ ਫਰਿਸ਼ਤੇ ਹਾਂ, ਅਸੀਂ ਕੋਸ਼ਿਸ਼ ਕਰਨੇ ਆਪਣੀ ਜਿੰਨੀ ਕੋਈ ਸਾਡੇ ਕੋਲ ਹੁੰਦੀ ਹੈ। ਇਹ ਜਿੰਨੀ ਬਗੈਰਤੀ ਹੈ ਜਿਹੜਾ ਚਾੜਦੇ ਨਾ ਜ਼ੈਦ ਜਮੀਲ ਹੈ, ਇਹ ਇਨਸਾਨ ਦਾ ਪੁੱਤਰ ਹੀ ਨਹੀਂ ਹੈ। ਇੰਨਾ ਚਿਰ ਤੁਹਾਨੂੰ ਤੁਹਾਡੇ ਨਰਵਸ ਸਿਸਟਮ ਨੂੰ ਜਾ ਕੇ ਛੇੜਦਾ ਹੈ ਕਿ ਜਿੰਨਾ ਚਿਰ ਤੁਸੀਂ ਹਾਈਪਰ ਨਾ ਹੋ ਜਾਓ। ਇਨਸਾਨ ਦਾ ਪੁੱਤਰ ਉਹ ਹੁੰਦਾ ਹੈ ਕਿ ਜਿਹੜਾ ਬੈਠਿਆ ਆਰਾਮ ਨਾਲ ਗੁਫ਼ਤਗੂ ਕਰੇ। ਇਹਨੇ ਜਨਾਬ ਆ ਕੇ ਸ਼ੁਰੂ ਹੋ ਜਾਣਾ ਹਜ਼ੂਰ ਦੇ ਖਿਲਾਫ, ਉਹ ਕਿੰਨਾ ਕੁ ਤੁਹਾਨੂੰ ਕੋਈ ਬਰਦਾਸ਼ਤ ਕਰੇ। ਕਈ ਵਾਰੀ ਹੁੰਦੇ ਨੇ ਮੁਖਤਲਿਫ ਉਹ ਹੁੰਦੇ ਨੇ ਮਜ਼ਾਜ ਦੇ ਬੰਦੇ ਹੁੰਦੇ ਨੇ, ਕਈ ਇਹਦੀਆਂ ਬਦਤਮੀਜ਼ੀਆਂ ਬਰਦਾਸ਼ਤ ਕਰ ਜਾਂਦੇ ਨੇ, ਕਈ ਲਿੱਤਰ ਲਾ ਲੈਂਦੇ ਨੇ। ਜਿਹੜੇ ਲਿੱਤਰ ਲਾਉਂਦੇ ਨੇ ਉਹ ਫਿਰ ਇਹ ਦੇਖੇ ਜੀ ਆਪ ਹੀ ਮਾਸੂਮ ਬਣ ਜਾਂਦੇ ਨੇ। ਆਪਣੀਆਂ ਕਰਤੂਤਾਂ ਤੇ ਘਰ ਦੀ ਤਰਬੀਅਤ ਨਹੀਂ ਦੱਸਦੇ ਕਿ ਇਹਨਾਂ ਦੇ ਮਾਂ ਪਿਓ ਨੇ ਇਹਨਾਂ ਦੀ ਕਿੱਡੀ ਗੰਦੀ ਤਰਬੀਅਤ ਕੀਤੀ ਹੈ। ਤੁਸੀਂ ਆਏ ਹੋ, ਤੁਸੀਂ ਗੱਲ ਕਰਨੀ, ਗੱਲ 100 ਵਾਰੀ ਕਰੋ, ਲੇਕਿਨ ਐਸੀ ਗੱਲ ਕਰਨਗੇ ਜਿਹੜਾ ਦੂਜਾ ਇਹਨਾਂ ਨਾਲ ਕਰੇ ਤੇ ਉਹਨੂੰ ਅਖਲਾਕ ਸਿਖਾਉਣ ਸ਼ੁਰੂ ਕਰ ਦੇਣਗੇ। ਨਹੀਂ ਨਹੀਂ ਇਹ ਬਦ ਅਖਲਾਕੀ ਹੈ, ਬਜ਼ੁਰਗਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ। ਸਾਡੇ ਨਾਲ ਤਾਂ ਬੋਲਦੇ ਨੇ, ਇਹਨਾਂ ਨੂੰ ਪਤਾ ਕਿ ਅਸੀਂ ਉਹ ਜ਼ਬਾਨ ਨਹੀਂ ਬੋਲਣੀ ਜਿਹੜੀ ਸ਼ੀਆ ਬੋਲਦੇ ਨੇ। ਜਾ ਕੇ ਕਰਨ ਉਹਨਾਂ ਦਾ 12ਵੇਂ ਇਮਾਮ ਦੀ ਗੱਲ, ਉਹਨਾਂ ਜੁੱਤੀ ਲਾ ਲੈਣੀ ਹੈ ਤੇ ਨਾਲ ਮਾਰਨੀ ਹੈ, ਤੇ ਨਾਲ ਨਾ ਉਹਨਾਂ ਨੇ ਵੇਖਣੇ ਸੁਹਾਬੀ ਤੇ ਨਾ ਉਹਨਾਂ ਨੇ ਵੇਖਣੇ ਨੇ ਉਮਹਾਤੁਲ ਮੋਮਨੀਨ ਨੂੰ। ਉੱਥੇ ਜਾ ਕੇ ਆਪ ਕਿਉਂ ਨਹੀਂ ਜਾ ਕੇ ਆਪਣੀ ਗੈਰਤ ਵਿਖਾਉਂਦੇ? ਉੱਥੇ ਤੇ ਕਲਾਵਾ ਮਾਰ ਕੇ ਭਰਾ ਬਣਾ ਕੇ ਬਹਿ ਰਹਿੰਦੇ ਨੇ। ਸਾਈਆਂ ਨੂੰ ਇਹਨਾਂ ਨੇ ਪਤਾ ਨਹੀਂ ਆਪਣਾ ਜਵਾਈ ਬਣਾਇਆ, ਉਹ ਜੋਜ਼ਫ ਹੈ। ਕਦੀ ਵੇਖਿਆ ਕਿ ਉਹਦੀ ਕੋਈ ਗੱਲ ਕੀਤੀ ਹੋਵੇ? ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਸਾਦਕ ਨਬੀ ਨਹੀਂ ਮੰਨਦਾ, ਲੇਕਿਨ ਜੱਫਾ ਪਾ ਕੇ ਬੈਠੇ ਨੇ। ਤੇ ਇੱਥੋਂ ਇਹ ਹੁੰਦਾ ਕਿ ਇਹਨਾਂ ਦਾ ਮਕਸਦ ਹੋਰ ਹੈ। ਇਹਨਾਂ ਦਾ ਨਾ ਤਾਂ ਕੋਈ ਹੈ ਕਿ ਇਸਲਾਮ ਦੀ ਤਬਲੀਗ ਕਰਨੀ। ਕਦੀ ਇਹਨਾਂ ਦੇ ਮੂੰਹਾਂ 'ਚ ਸੁਣਿਆ ਜੇ ਕਦੀ ਇਹਨਾਂ ਦੇ ਲਾਈਵਾਂ 'ਚ ਗਏ ਹੋ ਤੇ ਇਹਨਾਂ ਨੇ ਕਦੀ ਕੋਈ ਕੁਰਾਨ ਦੀ ਗੱਲ ਕੀਤੀ ਹੋਵੇ, ਕਦੀ ਹਦੀਸ ਦੀ ਗੱਲ ਕੀਤੀ ਹੋਵੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਬਿਆਨ ਕੀਤੀ ਹੋਵੇ? ਨਾ, ਮਿਰਜ਼ਾ ਸਾਹਿਬ ਤੇ ਨਾਲ ਗਾਲਾਂ। ਉਹ ਕਿਉਂ ਨਹੀਂ ਦੱਸਿਆ ਜ਼ਾਹਿਦ ਜਮੀਲ? ਇਹਦਾ ਮਤਲਬ ਕਿ ਜ਼ਾਹਿਦ ਜਮੀਲ ਦੇ DNA ਵਿੱਚ ਵੀ ਕੋਈ ਮੁਸਲਮਾਨਾਂ ਦਾ ਨਹੀਂ ਹੈ ਕੋਈ ਹਿੱਸਾ ਉਸਾ। ਇਹ ਤਾਂ ਬੇਸ਼ਰਮ ਬੰਦਾ ਹੈ। ਕਿਉਂ ਜ਼ਾਹਿਦ ਜਮੀਲ? ਮੈਂ ਕੋਈ ਝੂਠ ਬੋਲਿਆ? ਉਹ ਤੇ ਕਿੱਥੇ ਗਏ ਨੇ ਆਪਣੇ ਜੱਟ ਸਾਹਿਬ?
ਜੋ ਟੈਕਸੀ ਡਰਾਈਵਰ ਨੇ ਇੱਥੇ ਭਾਏ ਹੈ, ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ, ਸਾਰੇ ਆ ਕੇ ਢਾਬਾ ਹੈ, ਗੱਡੀ ਖਲਾ ਕੇ ਸੌਂ ਜਾਂਦੇ ਨੇ। ਅਮਰ ਭਾਈ ਨੇ ਵਾਕਈ ਰਿਟਾਇਰਮੈਂਟ ਦਾ ਐਲਾਨ ਕਰਤਾ ਟਿਕਟੌਕ ਤੋਂ। ਪਤਾ ਨਹੀਂ, ਉਹ ਮੈਂ ਤਾਂ ਮਜ਼ਾਕ 'ਚ ਹੀ ਗੱਲ ਕੀਤੀ ਸੀ। ਅੱਛਾ, ਮੈਨੂੰ ਲੱਗਦਾ ਉਹਨਾਂ ਨੇ ਰਿਟਾਇਰਮੈਂਟ ਦਾ ਐਲਾਨ ਕਰਤਾ। ਆਈ ਨੂੰ ਕਿੰਨੇ ਦਿਨ ਹੋ ਗਏ ਟਿਕਟੌਕ ਤੇ ਨਹੀਂ ਆ ਰਹੇ। ਮੈਂ ਤਾਂ ਮਜ਼ਾਕ 'ਚ ਗਿਆ ਸੀ। ਉਹ ਤੇ ਵਿਚਾਰੇ ਜਿਹੜੇ ਨੇ ਵੈਸੇ ਹੀ ਪਰੇਸ਼ਾਨ ਰਹਿੰਦੇ ਨੇ, ਉਤੋਂ ਉਹਨਾਂ ਨੂੰ ਟਿਕਟੌਕ ਤੋਂ ਤੁਸੀਂ ਤੰਗ ਕਰਦੇ ਰਹਿੰਦੇ ਹੋ ਸੇਲਾਂ ਵਿਖਾ ਕੇ। ਅੱਜ ਨਹੀਂ ਦੱਸਣਾ ਕਿੰਨੀ ਹੋਈ। ਤਾਂ ਤੁਸੀਂ WhatsApp ਕਰਦੇ, ਮੈਂ ਤੇ ਨਹੀਂ ਕਦੀ ਇਹਨਾਂ ਨੂੰ ਕਿਹਾ WhatsApp ਕੀਤੀ। ਤੁਸੀਂ ਉਹ ਦੱਸ ਦਿੰਦੇ ਮੈਂ ਤਾਂ WhatsApp ਤੇ ਕੀਤੀ ਹੈ। ਤੁਸੀਂ ਗਲਤ ਕਰਦੇ ਨਾ। ਹੁਣ ਮੈਂ ਉਹਨਾਂ ਨੂੰ ਦੱਸਿਆ ਕੋਈ ਕਿ ਇੱਕ ਮੇਰਾ 37 ਦਾ ਲੱਗਿਆ, ਇੱਕ ਮੇਰਾ 35 ਦਾ ਲੱਗਿਆ, ਹੁਣ 40 ਦਾ ਚੁੱਕਣ ਚੱਲਾ। ਮੈਂ ਉਹਨਾਂ ਨੂੰ ਬਿਲਕੁਲ ਨਹੀਂ ਦੱਸਿਆ। ਮੇਰਾ ਅੱਜ 100 ਦਾ ਲੱਗਾ, ਇੱਕ 51 ਦਾ ਲੱਗਾ, 4 ਮੇਰੇ ਲੱਗੇ ਨੇ 10 ਤੋਂ ਥੱਲੇ, 2 ਲੱਗੇ ਨੇ 20 ਦੇ, ਇੱਕ ਲੱਗਾ 27 ਦਾ, ਇੱਕ 24 ਦਾ। ਨਹੀਂ ਨਾ ਦੱਸਣਾ ਉਹਨਾਂ ਨੂੰ, ਬਿਲਕੁਲ ਨਹੀਂ ਦੱਸਣਾ। ਤੁਸੀਂ ਦੱਸਣਾ, ਮੈਂ ਦੱਸਣਾ ਹੀ ਨਹੀਂ ਕਿਸੇ ਨੂੰ। ਨਹੀਂ ਜ਼ਰੂਰਤ ਨਹੀਂ ਹੈ। ਕਿੰਨੇ ਕਿਸਲੇ ਨੂੰ ਪੜਨਾ ਚੁੱਕਣਾ, ਮਤਲਬ ਕਿ 14 ਮਿੰਟ 16 ਮਿੰਟ ਤੱਕ ਲੋਈਏ। ਗੱਡੀ ਬੰਦ ਕਰੀਏ। 16 ਮਿੰਟ ਤੁਹਾਡਾ ਗੁਫ਼ਤਗੂ ਆ ਜਾਓ। ਭਾਰੇ ਸਿਰ ਨਾ ਪਊ ਅਮਨ ਭਾਈ, ਕਾਲ ਪਾਈ ਆ ਜਾਓ। ਮੇਰੇ ਖਿਆਲ ਇਹਨਾਂ ਨੇ ਵੀ ਨਾ ਜ਼ਰਤਸ਼ ਭਾਈ ਦਾ ਝੂਠਾ ਖਾ ਲਿਆ। ਵੀ ਢੂੰਢੀ ਥੀ 43 5 105 8 4 5 6। ਵਾਕਈ ਉਹਨਾਂ ਦਾ ਕੰਮ ਕਰ ਰਹੇ ਨੇ ਜ਼ਰਤਸ਼ ਭਾਈ ਵਾਲਾ, ਅਹਿਮਦ ਭਾਈ।
मैं सर जमील बड़ा चौंकड़ मार के बैठे हैं कुछ लिख ना कुछ लिखा 2 मिनट तक तो मैं चुक के तेन बैन पा देना फिर बैन करता रही सवेर का आके इंज बैठे हैं ना ਇਹਦੀ ਸ਼ਕਲ ਹੈ ਨਾ ਇਹਦੀ ਅਕਲ ਹੈ ਨਾ ਇਹਦੇ ਜ਼ਿਲਮ ਹੈ ਉਹ ਨੂਰਜਹਾਨ ਨੇ ਤਾਂ ਵਾਸਤੇ ਗਾਣਾ ਗਾਇਆ ਨਾ ਇੱਕ ਮੈਂ ਕੋ ਜੀ ਨਾ ਗੁਣ ਪੱਲੇ ਨਾ ਦੇ ਸ਼ਕਲ ਨਾ ਦੇ ਕੋਈ ਗੁਣ ਬਸ ਸ਼ੈਤਾਨੀ ਕਰਵਾ ਲੋ ਦੇ ਕੋਲ ਸ਼ੈਤਾਨੀ ਗਮਾ ਜੱਵਲ ਹੈ ਹਾਂ ਕੁਰਾਨ ਸ਼ਰੀਫ ਦੀ ਆਇਤ ਵੀ ਹੈ ਨਾ ਅਲ ਫਿਤਨਾ ਤੋਂ ਅਸ਼ਦ ਮਿਨ ਅਲ ਕਤਲ ਬਿਲਕੁਲ ਇਹ ਲੋਗ ਉਹ ਨੇ ਨਾ ਬਰਸਾ ਅੱਜ ਤੇ ਮੇਰੀ ਛੁੱਟੀ ਹੈ ਮੇਰੇ ਰਿਸ਼ਤੇਦਾਰ ਆ ਰਹੇ ਨੇ ਭਾਬੀ ਆ ਰਹੀ ਮੇਰੀ ਮੈਂ ਤਾਂ ਛੁੱਟੀ ਕਰਨੀ ਕੈਨੇਡਾ ਤੋਂ ਆਈ ਮੈਂ ਬਖਸ਼ਾ ਸੇ ਕੱਲ ਵੀ 12:30 ਵਜੇ Was macht ihr hier? Alles gut? Alles gut. ਉਹ ਸਰ ਸੜਕ ਦੇ ਉੱਤੇ ਚੱਲ ਰਹੀਆਂ 2 ਬੱਚੀਆਂ ਭੱਜ ਕੇ ਪਾਗਲ ਹੋਈਆਂ ਨੇ ਸਾਜੇ ਭਾਈ ਭੇਜੀ ਜਾ ਰਹੇ ਹੋ ਕਿਹੜੇ ਬੰਦੇ ਨੂੰ ਭੇਜੀ ਜੀ ਇਨਵਾਈਟ ਜੱਟ ਸਾਹਿਬ ਹਾਮਦ ਭਾਈ ਖਾਬਰ ਭਾਈ ਜਿਹੜੇ ਆਪਣੇ ਰੈਗੂਲਰ ਨੇ ਉਹਨਾਂ ਨੇ ਭੇਜੀਆਂ ਨੇ ਉਹਨੇ ਅਹਿਮਦ ਭਾਈ ਨਹੀਂ ਆ ਰਹੇ ਅੱਜ 2 ਵਾਰੀ ਆਏ ਨੇ ਮੇਰੇ ਬਲੌਡ ਤੇ ਬਸ ਥੱਲੇ ਆਏ ਸੀ ਲੇਕਿਨ ਫੌਰਨ ਹੀ ਗਾਇਬ ਹੋ ਗਏ ਅੱਜ ਉੱਤੇ ਨਹੀਂ ਆ ਰਹੇ ਜਾਂ ਤਾਂ ਲੱਗਦਾ ਹੈ ਕਿ ਕਿਸੇ ਸੁਲਹ ਸਫਾਈ ਵਾਲੇ ਮਾਹੌਲ 'ਚ ਫਿਰ ਨਹੀਂ ਫੌਲਾਂ 'ਚ ਬੈਠੇ ਅੱਜ ਕੱਲ ਨਾਰਾਜ਼ਗੀ ਦਾ ਜਿਹੜਾ ਨਾ ਉਹ ਉਹਨਾਂ ਦੇ ਦਾਰਾ ਹੋਣਾ ਸੁਲਹ ਸਫਾਈ ਕਿਹਦੀ ਕਰਵਾਣੀ ਨੇ ਉਹਨਾਂ ਦਾ ਪਤਾ ਕੋਈ ਨਹੀਂ ਨਾ ਜਿਹੜੀ ਟਿਕਟੋਕ ਇਸਲਾਹ ਕਮੇਟੀ ਦੇ ਮੈਂਬਰ ਨੇ ਨਾ ਕਹਿਣਾ ਕਿਸੇ ਨੂੰ ਅੱਧੀ ਮੇਰੇ ਨਾ ਅੱਖਾਂ 'ਚ ਚੁੱਪਦਾ ਪਿਆ ਚੱਲ ਜੇ ਤੂੰ ਨਹੀਂ ਨਹਾਣਾ ਤੇ ਇੱਥੇ ਕਾਹਦੇ ਲਈ ਸਾਡੀ ਅੱਖਾਂ ਦੇ ਕੁਕਰਾ ਬਣੇ ਆ ਚੱਲ ਨਿਕਲ ਚੱਲ है ज़हनी गुलामी जिसमें अपना अकल इस्तेमाल नहीं करनी और लकीर के फकीर बन जाना है जो इनके मुरब्बी ने कह दिया वो मान लिया जो मिर्जा मसरूर ने कहा मुरब्बी ने कहा जो रूहानी बेटे हैं खुदा के हाँ जी बिल्कुल 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 दलीलें 2 दलीलें मिर्जा साहब खुदा के रूहानी बेटे हैं वही खुदा का रूहानी बेटा मेरी आवाज आ रही है शोर तो नहीं आ रहा म्यूट कर दें जरा मैं दूर हूँ अगर कोई म्यूट कर सकता तो फोन से अच्छा जी है मैं मोबाइल मेरा नीचे गिर गया ड्राइव करते हुए तो मैं तो भी मोबाइल को नहीं पकड़ सकता तो ये मुला भाई कर सकते करते ये दरवेश है मलंग है एक्चुअली ना कादियानी एक्चुअली मलंग है बेचारे मलंग भी कौन से जिनके सर पे लोहे के हेलमेट कसे हुए हैं और उसकी चाबियां सबकी चाबियां वो मिर्जा साहब के पास है और वो साथ ले गए अच्छा ब्राइट भाई ये ना जो आप कह रहे थे ना कि वो कहते हैं तो ये उधर ये कोई दलीलें शलीलें नहीं है इनको पता चल गया हुआ है कि बस भाई बात हमने वो अपना तड़ा है ना बस उसकी साइड हमने लेनी है तो उस पे जो कोई भी बात है ना आप इस वो जो आपने मेंटेलिटी है ना वो उसकी चेक करें उसको पूछा क्या नाम है वाटर को हुसैनी साहब ने पूछा है कि तुम बताओ कि क्या मिर्जा साहब को खुदा का बेटा मानते हो ना नहीं रूहानी नहीं उन्हें किसी तरह का मजादी तोड़ देना है नहीं सतारा दे रंग नहीं किसी किस्म का उन्हें है नहीं कोई बच्चों को तलीम देंदे है नहीं कोई मंदे हो बेटा है नहीं वो किसी तरह के उन्हें है ये तक तो नहीं मतलब ये तक तो सानू कोई ऐसी हदायत नहीं आई लेकिन अगर तो फिर ठीक है भाई फिर असी वो मनने हैं ये तक तो कोई इंज दी हदायत मतलब हले तक सानू हले तक साडे को खबर पहुंची नहीं हैगी मिर्जा मसरूर ने ऐलान कर दिता तो मान लाओगे ए हाल है ये इनका अकल के मिराज साडे
ਵੀ ਜੇ ਅਸੀਂ ਕੋਈ ਇੱਥੇ ਕੋਈ ਟਿਕਟਾਕ ਅੱਛਾ ਜੇ ਕੋਈ ਅਸੀਂ ਟਿਕਟਾਕ ਤੇ ਇੱਕ ਕਰ ਲਿਆ ਆਪਣੀ ਇੱਜ਼ਤ ਬਚਾਉਣਾ ਤੇ ਫਿਰ ਬਿਲਕੁਲ ਅਸੀਂ ਮੰਨਣੇ ਆ। ਹਾਂ ਅੱਛਾ ਉਸ ਟਾਈਮ ਇਹਨਾਂ ਨੂੰ ਜ਼ਰਾ ਨਾ ਝਟਕਾ ਲੱਗਾ ਸਾਰਿਆਂ ਨੂੰ ਕਿ ਇਹ ਕੀ ਹਾਂ ਗੱਲ ਏ। ਫਿਰ ਜਿਉਂ ਹਾਂ ਹੌਲੀ ਹੌਲੀ ਨਾ ਹੁਣ ਇਹਨਾਂ ਦਾ ਦਿਲ ਮੰਨ ਗਿਆ ਕਿ ਚਲੋ ਮੰਨ ਹੀ ਲੈਂਦੇ ਆ ਜਦੋਂ ਇੰਨਾ ਕੁਝ ਮੰਨਣੇ ਆ ਤੇ ਉਹ ਵੀ ਤੇ ਝੂਠ ਹਾਂ ਹੀ ਹੈ ਨਾ ਸਾਰਾ ਕੁਝ। ਉਹ ਵੀ ਝੂਠ ਹੀ ਸਾਰਾ, ਝੂਠੋ ਝੂਠ ਚ ਇਹ ਵੀ ਹੈ ਚਲੋ ਹੀ ਮੰਨ ਲੈਣੀ ਇਹਦੇ ਚ ਕਿਹੜੀ ਗੱਲ। ਹਾਂ ਹਾਂ ਅੱਛਾ ਉਸ ਦਿਨ ਸਫੀਆ ਸਿਸਟਰ ਆਏ ਨੇ ਉਹਨਾਂ ਆਖਿਆ ਪੂਰੀ ਜ਼ਿੰਦਗੀ ਕਾਦੀਆਨੀਆਂ ਚ ਗੁਜ਼ਾਰ ਛੜੀਏ ਇਹ ਹੁਣ ਹੀ ਪਤਾ ਲੱਗਾ ਕਿ ਅਸੀਂ ਮਿਰਜ਼ਾ ਸਾਹਿਬ ਨੂੰ ਖੁਦਾ ਦਾ ਰੂਹਾਨੀ ਪੁੱਤਰ ਵੀ ਮੰਨਣੇ ਆ। हाँ। अच्छा ये भी जो सफिया सिस्टर ने, ये मेरा ख्याल है ये बात की है उन्होंने, वो इन्हीं की आवाज लग रही थी तो कह रही थी कि ये हदीस कहीं भी नहीं है और मिर्जा मसरूर साहब ने ये जनाब अपनी तरफ से घर के तो निदा नसब को चुप कराने के लिए बयान कर दी। अच्छा पता नहीं वो नहीं मुझे पता। ये जो आपने ऑडियो नहीं सुनी अभी आपने, मैं शेयर भी की थी। नहीं वो मैं नहीं मैंने नहीं अभी सुनी, मैंने आपने नहीं सुन सुनी। सके मैं नहीं, थोड़ा उसी पर बात कर रहे हैं। वो ऑडियो मैंने है जो हुसैनी साहब की ब्रॉड पे सफिया सिस्टर और बिलाल हनीफ भाई बात कर रहे हैं और सफिया सिस्टर अच्छा कह रही हैं कि मिर्जा मसरूर साहब ने ये कहा है कि एक हदीस है कि नबी सल्लल्लाहु अलैहि वसल्लम के पास एक शख्स आया और उस शख्स ने आकर कहा कि या रसूल अल्लाह मैंने रेप किया है एक खातून का। तो नबी सल्लल्लाहु अलैहि वसल्लम ने फरमाया कि नहीं मैं तुम्हारी बात नहीं मानूंगा, वो औरत को भी लेके आओ, वो आकर कहे कि तुमने उसका रेप किया फिर मानूंगा। तो ऐसी तो कोई हदीस ही नहीं है। तो उन्होंने फिर वो रिकॉर्डिंग चलाई है निदा नसर की और मिर्जा मसरूर की, जिसमें मिर्जा मसरूर कह रहा है कि ये एक हदीस है नबी सल्लल्लाहु अलैहि वसल्लम के पास इस तरह ये जो मैं बयान कर रहा हूं। तो निदा नसर कह रही है कि नहीं ऐसी कोई बात नहीं है। फिर वो कह रहे हैं कि नहीं मुझे तो पता ये है कि 4 गवाह होने चाहिए सजा देने के लिए। वो कहती है अडल्टरी में है, रेप में नहीं है। कहते नहीं वो रेप में है, तुम्हें नहीं पता। वो कह रही नहीं आपको islam.org पे लिखा हो, वहां पढ़ा हुआ है कि ये रेप के मामले में वो नहीं, 4 गवाहों की जरूरत नहीं है। अच्छा वो उसके बाद जनाब उन्होंने एक हदीस ढूंढी से हटा दें अल इस्लाम डॉट, मैंने खुद पढ़ा है वो आंधी पर हाँ उथू ला दे होते फिर ला क्या दो क्या है। ला दो हाँ अच्छा वो ऑडियो आपने सुनी है? नहीं वो अभी मैंने निदा नजर की तो सुनी हुई है, लेकिन ये जो आज वाली बात है ये मैंने उनकी डायरेक्ट नहीं सुनी, लेकिन किसी कोई बहन भाई आज बात कर रहा था वो सुनी है। उन्हें वो ऑडियो बिलाल हनीफ भाई मेरे ख्याल है अपलोड की है, वो मैंने अभी शेयर किया ग्रुप के अंदर। वो नाइट राइडर भाई ने अभी चलाई है। आप उसको चला के सुने, आपको सारा जो भाई नहीं सुन सके उनको भी पता चल जाएगा कि क्या वहां पर हुआ है। मिर्जा मसरूर साहब ने एक हदीस घड़ के सिर्फ वो अपने कादियानी वो जो जिनके पर रेप का जिन पर इल्जाम है उनको बचाने के लिए मुरब्बियों को, तो उन्होंने ये हदीस घड़ के उसको सुनाई है। नबी सल्लल्लाहु अलैहि वसल्लम पर इत्तहाम किया है, इस तरह किया है। ये किधर है मुझे तो नहीं नजर आई वो, ये तो आपने जो किया है ग्रुप में शेयर किया मैंने। अच्छा कौन सी हदीस का रेफरेंस दिया था? उस पर रिसर्च करने का मौका मिले, बंदा कुछ फाइंड आउट करता है, वो बात पता चल जाए वो क्या थी ज़ूर हाँ ने सफिया की। से कौन सी हदीस का रेफरेंस दिया था ज़ूर ने? हाँ सफिया ओके अब बात ये हो रही थी कि अगर एक फरीक कहता है कि मैंने रेप किया, अगर एक आदमी आया हज़रत सल्लल्लाहु अलैहि वसल्लम के पास, उसने तस्लीम किया कि मैंने रेप किया उस औरत को, हज़रत सल्लल्लाहु अलैहि वसल्लम ने कहा औरत से भी पूछो, अगर वो कहती है कि हाँ तो फिर उसकी बात मानी जाएगी, नहीं तो उसकी बात नहीं मानी जाएगी। ये वो अल्फाज। इस हदीस को ढूंढने साथ ये स्क्रीन बड़ी कर दें जरा 1 मिनट के लिए। मैंने अभी रिकॉर्डिंग की है, स्क्रीन रिकॉर्डिंग चलाई है, दोबारा बोल दे ताकि मुझे उसको फाइंड आउट करने में मदद मिल सके। ठीक है अच्छा जी 1 मिनट सफिया दें जरा आप, बल्कि कर लें मुकम्मल पढ़ दूं मैं वो रिकॉर्डिंग, मुझे मिल जाए तो अच्छा ही है। एक आदमी आया हज़रत सल्लल्लाहु अलैहि वसल्लम के पास, उसने तस्लीम किया कि मैंने रेप किया उस औरत को। हज़रत सल्लल्लाहु अलैहि वसल्लम ने कहा औरत से भी पूछो, अगर वो कहती है कि हाँ तो फिर उसकी बात मानी जाएगी, नहीं तो उसकी बात नहीं मानी जाएगी। ठीक
चले इस बात होगी रेप। अगर एक ये कहता है कि मैंने रेप किया, अगर तस्लीम से एक आदमी आया आप सबके पास, उसने तस्लीम किया मैंने रेप किया एक औरत को, आंसर ने पूछा औरत से पूछो, अगर वो कहती है कि हाँ तो फिर इसकी बात मानी जाएगी, नहीं तो इसकी बात नहीं मानी जाएगी। तो सवाल ये है, नहीं, औरत ने सबूत पेश किए थे और सबूत पेश किए थे। और शरीयत पता है, मैं तुमको बता रहा हूँ, जो तुम्हें शरीयत पता है उसका मुझे इल्म नहीं, उसकी मैं अब तहकीक करूंगा वो क्या शरीयत है। जो मुझे पता है वो तो यही है कि दो तरह की सूरतें होती हैं, एक ये कि 4 गवाह लाए जाए, 3 तरह की अडल्ट्री में रेप में नहीं, एक 4 गवाह लाई जाए। अडल्ट्री में। साहिल भाई रोकिएगा जरा 1 मिनट, साहिल भाई 1 मिनट रुकिएगा, साहिल भाई इसको रोकिएगा। अच्छा देखें क्या कह रहा है मिर्जा मसरूर, वो कह रहा है कि जितनी जो शरीयत मुझे पता है वो मैं तुम्हें बता रहा हूं, जो शरीयत तुम्हें पता है उसका मुझे पता नहीं। ये है मिर्जा साहब की शरीयत, मिर्जा मसरूर जो बता रहा है, समझ आइए। अपने घर की शरीयत बनाई हुई है, अपनी मर्जी जो मर्जी जनाब हदीस करें, नबी वसल्लम पर इत्हाम बाजी करें, इफ्तरा करें और बयान कर दें। हमारी शरीयत है, हमारी मर्जी, ये मेरा जिससे मेरी मर्जी वाली बात है, हमारी शरीयत हमारी मर्जी, ये इनका हाल है। ये इधर देखिए कि ये अल्फाज इस्तेमाल कर रहे हैं मुझे जी, चला दे। रेप में नहीं, एक 4 गवाह लाई जाए, अडल्ट्री में। हाँ जल्दी हो या रेप हो, कोई नहीं नहीं, ना 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 ना, बिल्कुल नहीं, रेप में। हाँ नहीं, मैंने कहा मुझे पता है कि कुरान में सिर्फ अडल्ट्री में कहते हैं। फिर अपनी वेबसाइट ठीक करें, फिर क्या ये गलत बातें हैं अपने। हाँ जी वालेकुम सलाम। हाँ जी जी, कल हम एक रिकॉर्डिंग सुन रहे थे, उस रिकॉर्डिंग में मिर्जा मसरूर साहिल भाई म्यूट हो गया आपका। वैसे ब्राड भाई वो उसमें कहता है जो तुम्हारी शरीयत है ना, मैं उसकी तहकीक करके तुम्हें बता दूंगा। ये हाल है इनका। जब ये मैं अपनी शरीयत बयान कर रहा हूँ, अगर मैं अपनी शरीयत बयान कर रहा हूँ और तुम्हारी शरीयत जो है उसकी मैं तहकीक करके बताऊंगा। अच्छा मतलब ऐसे बंदों को मामूर मिनल्लाह तहकीक कर, मामूर मिनल्लाह। हाँ जी, इन्नी माँ का या मसरूर, इन्नी माँ की अच्छा ये ना जरा उन्होंने अल्फाज वैसे उन्होंने कहना था तेरी माँ की या मसरूर। अस्सलाम वालेकुम। अच्छा वो प्यारे प्यारे इस्लामी भाइयों, आपका क्या हाल है? जी ये अन्नी माँ का ही है मेरा ख्याल, वो ये इन्नी माँ का नहीं है। वो ये देखिए हाँ कि ये वही है अन्नी माँ का, मतलब सही मानों में अकल का अंधा है भाई। तुम वैसे उसका तरला मार लो कि तेरी बड़ी मेहरबानी की इज्जत 4 का खरैन दे, मतलब पहली मतलब पकड़ी बड़ी दागदार हो चुकी है, जान दे माफ कर दे। वो तुम नबी सल्लल्लाहु अलैहि वसल्लम पर इल्जाम लगा रहे हो। अस्तगफिरुल्लाह। पहले कह दो, वैसे ही कह दो कि मेरी रिश्तेदारी है, वैसे ना बड़ा लतीफे टकरे रिश्तेदारी। हाँ मैं क्या सही लतीफे टकरे हैं, मैं सही बात है, मतलब मानने वाले में लतीफे ही है। मतलब ऐसे बंदों की तो पैरवी कर रहे, इसको मामूर में नल्ला बना रहे हो। खुदा का खौफ करो यार। अल्लाह कहते हैं अल्लाह एक रात में सारी शरीयत का इल्म सिखा देता है, बंदा कहता है मुझे तहकीक करनी है।
اللہ، اچھا اس کا مطلب یہ ہے کہ اس کا کسی کے ساتھ اگر مناظرہ ہو جائے، اس کا کسی کے ساتھ اگر مناظرہ ہو جائے، اس کو جواب نہ آئے، یہ تو کہے گا بھائی میں تحقیق کر کے بتاتا ہوں۔ 1974 کی جو کاروائی ہے نا جی، اس میں مرزا ناصر، وہ آکسفورڈ کا پڑھا ہوا تھا، یہ تو پڑھا بھی نہیں ہے۔ مرزا ناصر کو جب سوال کیے جاتے تھے نا، وہ بار بار کہتا تھا میں چیک کر کے بتاؤں گا، میں چیک کر کے بتاؤں گا۔ اچھا، اس کو سوال کیا جاتا ہے، مرزا کی کتاب کا حوالے دیا جاتا ہے، میں چیک کر کے بتاؤں گا۔ اس پر پتہ کیا، تو یحییٰ بختیار نے کہا جی اب کیا کرے جی، وہ اسمبلین کے ممبران نے کہا اسمبلی کے کہ یہ دیکھیں جی، یہ گواہ جو ہے وہ صحیح جواب نہیں دے رہا، یہ باتوں کو گھماتا ہے، تو بات سیدھی کیوں نہیں کرتا؟ تو پتا اس نے یحییٰ بختیار نے کیا کہا، انہوں نے کہا جی کیا کرے جی، اب وہ ان کو مجبور تو کیا نہیں جا سکتا، اب ان سے سوال کرتے ہیں تو مرزا صاحب بار بار چیک پوسٹ پر چلے جاتے ہیں، چیک پوسٹ پر وہ چیک کرنے کے لیے ادھر چلے جاتے ہیں، میں چیک کر کے بتاؤں گا، تو جواب نہیں دے پا رہے۔ تو یہ وہ تانے کا تانا ہی وہ خراب ہے، مطلب وہ یہ تندی بگڑی پنجابی میں جو کہتے ہیں، مطلب ایک کوئی اس ہم میں سارے ایک جیسے ہیں، مرزا صاحب بھی اور اس کی ساری آگے اولاد بھی۔ ہاں جی بالکل۔ اچھا اس میں نا برائڈ بھی سنجیدہ بات یہ ہے کہ بھی جب آپ معمور من اللہ ہونے کا دعویٰ کر دیتے ہیں نا، خود آپ یہ دعویٰ کرتے ہیں کہ ایک رات میں خلیفہ کو ساری شریعت سب کچھ بتا دیتا اللہ، جیسے جس صورت جس لمحے میں آپ کا یہ دعویٰ سامنے آتا ہے نا، اس لمحے میں آپ منقولی باتوں سے آپ کی جان چھوٹ جاتی ہے، آپ اس سے مبرہ ہو جاتے ہیں منقولی باتوں سے، کیونکہ اب آپ دعویٰ یہ کر چکے ہیں کہ آپ کو اللہ ڈائریکٹ بتا رہا ہے، تو آپ منقولی بحث کے مطلب تحقیق کروں گا، میں پڑھوں گا، آپ تو پھر لکھی ہوئی بات یہ پابندی نہیں نہ رہے، آپ کو تو قرآن کا نالج بھی اللہ دے رہا ہے، فہم بھی اللہ دے رہا ہے، اصول فقہ اصول سب کچھ ہی اللہ سکھا رہا ہے ڈائریکٹ، پھر آپ کیوں کہہ رہے ہیں کہ میں تحقیق کر کے بتاؤں گا، یا آپ یہ کیوں کہہ رہے ہیں میں پڑھ کے بتاؤں گا مرزا ناصر صاحب؟ وہ اس کی یہی وجہ باتیں ہے ثابت کرتی ہیں یہ کہ یہ عام سب ڈکوٹلا ہے۔ کامن آمدی کو تو شاید یہ کہہ دیتے بھائی چپ کرو، تمہیں پتہ نہیں میں معمول من اللہ ہوں، میں جو تمہیں بتا رہا ہوں بس یہی تم نے مانا، میں خدا سے پوچھ کے بتا رہا ہوں، یہ کامن آمد تو کر سکتے، اب گھر کے بیٹی کو کیسے یہ بات کرتے، وہ ندا نسل ہے۔ بھائی میری بات سن، السلام علیکم۔ ہاں جی وعلیکم السلام۔ اچھا یہ وہ گھر کا بیٹی ہے، وہ مرزا میں خیال مرزا ناصر کی بیٹی ہے، میرا خیال یہ جو مرزا ناصر ہے نا، اس کی میں پوتی ہے غالباً، پوتی ہے شاید، شاید کوئی ہاں پوتی ہے۔ ہاں، تو وہ تو گھر کی بیٹن ہے، وہ گھر کی بیٹی ہے، اس کو پتا حقیقت کیا ہے، اس کو تو نہیں کہہ سکتے کہ مجھے خدا نے بتایا، وہ تو کہہ رہی تھی وہ تو کہہ رہی ہے آپ کو کسی شے کا پتہ ہی نہیں ہے، آپ کے اسلام ڈاٹ آر کو کچھ لکھا ہوا ہے، آپ خود کہہ رہے ہیں آپ کو اتنا نہیں پتا کہ جناب ریپ کا جو مجرم ہوتا ہے اس کے لیے 4 گواہوں کی ضرورت نہیں ہے، آپ کو اتنا ہی نہیں پتا، وہ اڈلٹری کا ہے، کہتے نہیں وہ میری جو شریعت ہے میں تمہیں بتا رہا ہوں، تمہاری شریعت کو تحقیق کر کے بتاؤ، تو اس کو تو پتا ہے، اس کو یہ جواب نہیں دیا جا سکتا تھا، تو آپ کامن آمدی کو دیا جاتا ہے۔ اور نا برائٹ بھائی یہ تھوڑی ہٹ کے بات یہ ہے کہ اب یہ میں ایک اور بات کرنے لگا ہوں تھوڑی ہٹ کے ہے، وہ یہ کہ آپ دیکھیں کہ جب انسان نا ریپڈ فائر میں ہوتا ہے نا، یعنی بیک اینڈ فورتھ کسی کے ساتھ آرگیومنٹس میں زیادہ ہوتا ہے، تو اس لمحے نا اس کے پاس جو سوچنے کا ٹائم یا کیپیسٹی ہے نا وہ بڑی کم ہوتی ہے، تو وہ اس میں تھرو کر رہا ہوتا ہے وہ چیزیں جو اس کی نفسیات کا عام طور پر حصہ بن چکی ہوتی ہیں، تو جب اس نے کہا نا کہ میں تحقیق کر کے بتاؤں گا، اس کا مطلب یہ ہے کہ یہ اس کی نفسیاتی ایک بات ہے جو اس کے خون میں رچ بس چکی ہے، یعنی کہ آپ دیکھتے ہیں اس بات کو ایسے بھی ہم سمجھ سکتے ہیں کہ ایک چیز جب مائنڈ جو ہے وہ سوچے بغیر اگر کوئی ایکشن پرفارم دے تو اس کو کہتے ہیں انوالنٹری ایکشن، اور انوالنٹری ایکشن زیادہ وہ آپ کی بار بار پریکٹس سے آپ کی زندگی میں عموم اختیار کر جاتے ہیں، تو جب وہ یہ جملہ کہتا ہے نا اس بیک اینڈ فورتھ میں، کیونکہ اس میں کوئی سوچنے کا موقع نہیں ہے اس کے پاس، کیونکہ نیدا اس کو ریبٹل دیتی ہے نا، تو وہ وہاں پر کچھ اور کرنے آیا ہے،
لیکن اس کو آگے سے مل گیا ریبٹل. تو اس ریبٹل میں اس نے انکانشیسلی یا سمپل ٹرمز میں انوالنٹریلی اس نے ایک ایسی بات کی ہے جو اس کی زندگی میں عمومیت اختیار کر چکی ہوئی ہے بار بار. تو وہی جملہ اس نے مجھ سے کہہ دیا کہ میں تحقیق کر کے بتاؤں گا. اس کا مطلب یہ ہے کہ مرزا مسرور صاحب نے تحقیقاتی کمیٹی اپنی بنائی ہوئی ہے گھر میں مجلس جس میں محمود من اللہ صاحب منقولی باتوں پر ڈیپینڈ کرتے ہیں. رائٹ بھائی, ہاں یہ آپ اس کی یہاں سے نا ان کی نفسیات کا مطالعہ بھی ہو جاتا ہے. ہاں بالکل بالکل, یہ بات ٹھیک کہہ رہے ہیں, بالکل ٹھیک کہہ رہے ہیں کہ اس کو اپنی کم علمی کا پتہ ہے, اس کو پتہ ہے میں کنے جگہ ہوں. تو اس کی اس بات کا میرے پاس رد کوئی نہیں ہے کہ جس نے بات کی ہے. آپ نے بالکل ٹھیک ہے, ریئیکشنری اس نے یہ بات کر دی ہے سیدھی. ہاں جی ٹھیک ہے کہ مجھے نہیں پتا, میں تحقیق کر لوں گا, لیکن تحقیق اس کی کروں گا جو تمہاری شریعت ہے. جو میری شریعت ہے میں بیان کر کے بتا رہا ہوں. دو شریعتیں ہوگی نا یہاں پر, ایک ہے مرزا مسرور کی شریعت, ایک ہے نیتا ناصر کی شریعت. جی جی کہ وہ قادیانی ہے, دونوں کا دعویٰ قادیانی. اس سے پتا چلتا ہے کہ مرزا کے ناصر ایسا مرزا مسرور کی شریعت جو ان کا خلیفہ ہے وہ اور ہے, اور جو ندا ناصر ہے جو ان کے خاندان کی خاتون ہے وہ اور ہے. یہ آپ دیکھیں نا آپ وعلیکم السلام. یہ وہ کیا ہے یار, وہ جو کہتے ہیں پنجابی میں یا جہالت تیرا اثرا, ایسے کر کوئی مقولہ ہے کوئی نا, ایسے کر کے. تو یہ حالت ہے ان کی. استغفر اللہ. بھائی آپ اس کو ایسے بھی تو لے سکتے ہیں نا کہ ظالم کے لیے شریعت کچھ اور ہے اور مظلوم کے لیے کچھ اور ہے. جس کے اوپر ظلم ہو رہا ہے وہ کہہ رہی ہے کہ اسلام میں یہ ہے, لیکن جو ظالم ہے وہ کہہ رہا ہے نہیں, جو میں کہہ رہا ہوں وہ مانو, میں تمہیں شریعت بتا رہا ہوں. آپ بالکل ٹھیک کہہ رہے ہیں. اس میں ایک نفسیات یہ ہے, اس کو پتا ہے کہ یہ جو میں بات کر رہا ہوں نا یہ تو باہر تو نکلنے نہیں, میں تو پبلک کو بتا رہا ہوں, میں تو اپنے گھر کی خاتون کو بتا رہا ہوں, تو یہ بات تو باہر نہیں نکلنی. لہٰذا میں جتنا بھی جھوٹ بول لوں اس سے کیا فرق پڑتا ہے. جب بندے کو پتا ہوگا میں پکڑا جاؤں گا وہ سوچ سمجھ کر بات کرے گا. جب اس کو پتا ہے کہ یہ تو آپس کی بات ہو رہی ہے, پبلک تو یہ بات جائے گی نہیں. اس سے یہ پتا چلتا ہے کہ ان کے لیے یہ اجازت ہے کہ آپس میں بات کرتے ہوئے نبی صلی اللہ علیہ وسلم پر افطرا, جھوٹ جتنا بدی قرآن پر بولنے, جس پر بولنے, کوئی مسئلہ نہیں. ایسے بھی یہی کرتے ہیں کام, پبلک میں بھی یہی کر رہے ہوتے ہیں. لیکن خاص طور پر جو آپس میں بیٹھے ہوں تو ان کو پتا ہے کچھ بھی کر لیں, منہ بند کرنا ہے نا, جو مرضی بیان کر دیں, کوئی حرج نہیں ہے اس کے اندر. یعنی میں اسی بات کر رہا تھا, جس شخص کے دل کے اندر رائی کے برابر بھی ایمان ہونا, وہ یہ جسارت و جرت نہیں کر سکتا کہ نبی صلی اللہ علیہ وسلم پر افترا کرے, جھوٹ باندھے جان بوجھ کر. یہ جان بوجھ کر کر رہا تھا, اس کو پتا تھا جان بوجھ کر, لیکن وقتی طور پر اگر میں جھوٹ بول کے جان بوجھ کر اگر ندا ناصر کو میں اس کو جیسے بات الفاظ سلب استعمال کرے تھے بھائی رام کر لوں, اس کو چپ کرا لوں, اس کو مطمئن کر لوں, بات بن گئی. جھوٹ بولا ہے نا. ویسے بھی ان کا یہ عقیدہ ہے کہ کوئی ایسی بات جو پوری ہو جائے اس کو حدیث مان لو, یہ ان کا عقیدہ ہے نا. تو مرزا مسرور کے بیان کرنے سے اگر ندا نصر مطمئن ہو جاتی تو اس کو حدیث مان لو, جھوڑی کیوں نہ ہو. یہ ان کا دلیل ہے, ان کا دین یہی ہے, اسی پر کھڑا ہوا ہے. تو مقصد یہ تھا بالکل اس کو مطمئن کر لو, اور اپنے مربیوں کو جو اس کا ان میں سے غالباً